देखो बहुत सारी घटनावां ਸੀਗੀਆਂ ਅੰਦੋਲਨ ਦੌਰਾਨ ਹੋ ਰਹੀਆਂ ਸੀਗੀਆਂ ਜਿਨ੍ਹਾਂ ਬਾਰੇ ਬਹੁਤ ਸਾਰੇ ਸਵਾਲ ਵੀ ਖੜੇ ਹੋ ਰਹੇ ਸੀ। ਜਿਵੇਂ 26 ਦੀ ਘਟਨਾ ਸੀਗੀ, ਉਹਦੇ ਤੇ ਲੀਡਰਸ਼ਿਪ ਦੀ ਜਿਹੜੀ ਪੋਜੀਸ਼ਨ ਸੀ, ਜਾਂ ਫਿਰ ਉਸ ਤੋਂ ਬਾਅਦ ਗ੍ਰਿਫਤਾਰੀਆਂ ਦਾ ਸਿਲਸਿਲਾ ਸੀਗਾ, ਕਿਸਾਨਾਂ ਦੀ ਗ੍ਰਿਫਤਾਰੀ ਹੋਈ, ਮਜ਼ਦੂਰਾਂ ਦੀ ਵੀ ਗ੍ਰਿਫਤਾਰੀ ਹੋਈ। ਇਸ ਤੋਂ ਇਲਾਵਾ ਫਿਰ ਅੱਗੇ ਅੰਦੋਲਨ ਠੰਡਾ ਵੀ ਹੋਇਆ। ਉਸ ਤੋਂ ਬਾਅਦ ਇੱਕ ਚਿੱਠੀ ਦੀ ਗੱਲ ਵੀ ਉੱਭਰੀ ਤੇ ਨਾਲੇ ਜਿਹੜੇ ਨਾਲੋਂ ਨਾਲ ਜਿਹੜੀ ਲੀਡਰਸ਼ਿਪ ਸੀਗੀ ਜਿਹਨੇ ਅੰਦੋਲਨ ਦੇ ਬਾਅਦ ਚੋਣਾਂ ਲੜਨ ਦੀ ਫੈਸਲਾ ਲਿਆ। ਇਹ ਸਾਰੀਆਂ ਘਟਨਾਵਾਂ ਸੀਗੀਆਂ, ਇਹਨਾਂ ਦੀ ਬਰੀਕੀਆਂ ਲੋਕਾਂ ਨੂੰ ਨਹੀਂ ਪਤਾ ਸੀ। ਬਹੁਤ ਸਾਰੇ ਆਗੂ जनवरी महीने 'ਚ ਹੀ मतलब ਉਹ ਸਹਿਮਤ ਸੀਗੇ, ਜਿਹੜੇ ਕੇਂਦਰ ਸਰਕਾਰ ਵੱਲੋਂ ਪ੍ਰਸਤਾਵ ਆਇਆ ਸੀ ਕਿ 3 ਸਾਲ ਵਾਸਤੇ ਕਾਨੂੰਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ, ਰੱਦ ਨਹੀਂ। ਗਲਤ ਕਿਉਂ ਤੁਸੀਂ ਤਾਂ ਕਹਿੰਦੇ ਹੋ ਕਿ ਰੱਦ ਹੋਣੇ ਚਾਹੀਦੇ, ਕਿ ਉਹ ਕੁਲਵੰਤ ਸੰਧੂ ਕਹਿੰਦਾ ਕਿ ਜੇ ਅਸੀਂ ਸੋਧਾਂ ਤੇ ਮੰਨ ਗਏ ਫਿਰ ਤੁਸੀਂ ਤਾਂ ਸਾਡੀ ਬਗਾਵਤ ਕਰਵਾ ਦੋਗੇ। ਕਹੇ ਫਿਰ ਜਾ ਕੇ ਸਟੇਜ 'ਤੇ ਕਹਿ ਦਿਓ ਕਿ ਤੁਸੀਂ ਸੋਧਾਂ 'ਚ ਮੰਨਣ ਨੂੰ ਤਿਆਰ ਹੋ। ਤਾਂ ਉਹ ਉਹਨਾਂ ਦਾ ਜਿਹੜਾ ਪੋਲੀਟੀਕਲ ਸਟੈਂਡ ਸੀਗਾ ਉਹ ਮੈਂ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਦੀਪ ਸਿੱਧੂ ਦਾ ਵੀ ਦਸੰਬਰ ਮਹੀਨੇ 'ਚ ਤਿੰਨੋਂ ਖੇਤੀ ਕਾਨੂੰਨਾਂ ਬਾਰੇ ਕੀ ਸਟੈਂਡ ਸੀਗਾ, ਕੀ ਪੋਲੀਟੀਕਲ ਸਟੈਂਡ ਸੀਗਾ, ਉਹ ਵੀ ਮੈਂ ਲਿਖਿਆ ਹੋਇਆ। ਕੈਪਟਨ ਅਮਰਿੰਦਰ ਸਿੰਘ ਨੂੰ ਮਤਲਬ 1 ਸਾਲ ਪਹਿਲਾਂ ਹੀ ਉਹਨੂੰ ਅਹਿਸਾਸ ਹੋ ਗਿਆ ਸੀਗਾ ਕਿ ਉਹਦੀ ਸੱਤਾ ਜਾਣ ਵਾਲੀ ਹੈ। ਉਹ ਅਮਿਤ ਸ਼ਾਹ ਉੱਦਾਂ ਮਤਲਬ ਜਦੋਂ ਦੇ ਵੀ ਉਹ ਮੁੱਖ ਮੰਤਰੀ ਬਣੇ ਸੀਗੇ ਉਦੋਂ ਦੇ ਹੀ ਉਹ ਅਮਿਤ ਸ਼ਾਹ ਦੇ ਇਨ ਟੱਚ ਸੀਗੇ। ਅਮਿਤ ਸ਼ਾਹ ਨਾਲ ਉਹਨਾਂ ਦੀ ਬਹੁਤ ਵਧੀਆ ਸੀ ਤੇ ਅਮਿਤ ਸ਼ਾਹ ਨਾਲ ਉਹ ਕੋਆਰਡੀਨੇਟ ਵੀ ਕਰ ਰਹੇ ਸੀ। ਕੈਪਟਨ ਸਰਕਾਰ ਨੇ ਸਪੈਸ਼ਲ 2 ਅਫਸਰ ਜਿਹੜਾ ਭਾਰਗਵ ਨੇ ਜਾਂ ਹਰਦਿਆਲ ਮਾਨ ਨੇ ਦੋਵੇਂ ਲਾਏ। ਕਿਸਾਨਾਂ ਦੇ ਆਗੂਆਂ ਨਾਲ ਉਹ ਗੱਲਬਾਤ ਕਰ ਰਹੇ ਸੀ ਤੇ ਸੈਂਟਰ ਨਾਲ ਗੱਲਬਾਤ ਕਰਾ ਰਹੇ ਸੀਗੇ। ਕਾਲ ਆਈਆਂ ਜਿਵੇਂ ਜੀਓ ਟਾਵਰਸ ਦੀ ਤੋੜਨ ਦੀ ਕਾਲ ਆਈ ਸੀਗੀ, ਜਾਂ ਫਿਰ ਰਿਲਾਇੰਸ ਦੇ ਮਾਲ ਬੰਦ ਕਰਨ ਦੀ ਕਾਲ ਆਈ ਸੀ। ਉਦੋਂ ਕੈਪਟਨ ਨੇ ਕਾਰਵਾਈ ਕੀਤੀ ਹੈ ਕਿਸਾਨਾਂ ਤੇ, ਤੇ ਉਹ ਅਮਿਤ ਸ਼ਾਹ ਹੋਰਾਂ ਦੇ ਸਾਰੇ ਤੇ ਹੀ ਕੀਤੀ ਹੈ। ਜਿਸ ਹਿਸਾਬ ਨਾਲ ਹਰਿਆਣਾ ਪੰਜਾਬ 'ਚ ਤਿਆਰੀ ਚੱਲ ਰਹੀ ਸੀ ਉਸ ਪਰੇਡ ਦੀ, ਮਤਲਬ ਪੰਜਾਬ ਹਰਿਆਣੇ 'ਚ ਟਰੈਕਟਰ ਮੋਡੀਫਾਈ ਕਰਾਏ ਜਾ ਰਹੇ ਸੀਗੇ, ਜਾਲੀਆਂ ਲਵਾਈ ਜਾ ਰਿਹਾ ਸੀਗਾ ਗੀਆਂ, ਤੇ ਉਹ ਆਪਣੇ ਤਜਰਬਿਆਂ ਕਰਕੇ ਲਗਵਾ ਰਹੇ ਸੀ ਕਿਸਾਨ, ਤਾਂ ਕਿ ਜਦੋਂ ਜਿਹੜਾ ਪਹਿਲਾ ਲਾਠੀ ਚਾਰਜ ਹੋਇਆ ਉਹਦੇ ਸਾਹਮਣਾ ਉਹਦਾ ਸਾਹਮਣਾ ਨਾ ਕਰਨਾ ਪਵੇ। ਤੇ ਰਾਜੇਵਾਲ ਨੂੰ ਲੱਗਿਆ ਕਿ ਕੋਈ ਬਗਾਵਤ ਹੋ ਸਕਦੀ ਹੈ, ਕੋਈ ਵੱਡਾ ਕੁਝ ਹੋ ਸਕਦਾ ਹੈ। ਇਸ ਕਰਕੇ ਉਹਨਾਂ ਨੇ ਉਹਨੂੰ ਰਿੰਗ ਰੋਡ ਮਾਰਚ ਕਰਨ ਲਈ ਕਿਹਾ। ਤੇ ਫਿਰ ਮਤਲਬ 3-4 ਦਿਨਾਂ ਵਾਸਤੇ ਉਹਨਾਂ ਨੇ ਲਗਾਤਾਰ ਜ਼ੋਰ ਲਾਇਆ। ਤੇ 17-18 ਜਨਵਰੀ ਤੱਕ ਆਂਦੇ ਕਿਸਾਨਾਂ ਨੂੰ ਵੀ ਲੱਗਿਆ ਚਲੋ ਠੀਕ ਹੈ, ਜੇ ਸਾਡੇ ਆਗੂ ਕਹਿ ਰਹੇ ਕਿ ਰਿੰਗ ਰੋਡ ਮਾਰਚ ਕਰ ਲੈਂਦੇ ਆ, ਤੇ ਉਹ ਉਸ ਲਈ ਵੀ ਤਿਆਰ ਹੋ ਗਏ। ਦਿੱਲੀ ਦੇ ਵਿੱਚ ਚੱਲਿਆ ਕਿਸਾਨਾਂ ਦਾ ਅੰਦੋਲਨ ਇੱਕ ਵੱਡਾ ਅੰਦੋਲਨ ਸੀ। ਦੇਸ਼ ਹੀ ਨਹੀਂ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਇਸ ਅੰਦੋਲਨ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ। ਇਸ ਅੰਦੋਲਨ ਦੇ ਬਹੁਤ ਸਾਰੇ ਕਿੱਸੇ ਨੇ। ਚੱਲਦੇ ਅੰਦੋਲਨ ਦੇ ਦੌਰਾਨ ਲੀਡਰਸ਼ਿਪ ਤੇ ਵੀ ਬਹੁਤ ਤਰ੍ਹਾਂ ਦੇ ਸਵਾਲ ਆ ਜਿਹੜੇ ਉਹ ਉੱਠਦੇ ਰਹੇ। ਚੱਲਦੇ ਅੰਦੋਲਨ ਦੇ ਵਿੱਚ ਪੱਤਰਕਾਰ ਮਨਦੀਪ ਪੂਨੀਆ ਵੀ ਗ੍ਰਿਫਤਾਰ ਹੋਏ। ਅੱਜ ਉਹੀ ਸਾਡੀ ਇਸ ਚਰਚਾ ਦਾ ਵਿਸ਼ਾ ਨੇ। ਉਹਨਾਂ ਨੇ ਇੱਕ ਵਾਰ ਚੱਲਦੇ ਅੰਦੋਲਨ ਦੇ ਵਿੱਚ ਇਹ ਕਿਹਾ ਕਿ ਡਰੀ ਹੋਈ ਲੀਡਰਸ਼ਿਪ ਮਰਿਆ ਹੋਇਆ ਅੰਦੋਲਨ ਪੈਦਾ ਕਰਦੀ ਹੈ। ਇਸ ਦੇ ਨਾਲ ਹੋਰ ਐਡ ਕਰੀਏ ਤਾਂ ਜੋ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਇਸ ਵਕਤ ਦੀ ਖਿੱਚੋਤਾਣ ਹੈ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਜਿਹੜਾ ਹਾਲ ਹੈ ਉਹ ਤੁਸੀਂ ਦੇਖ ਚੁੱਕੇ ਹੋ। ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਹੀ ਲਾਂਭੇ ਕਰ ਦਿੱਤਾ ਗਿਆ, ਉਹਨਾਂ ਨੂੰ ਹੀ ਜਿਹੜਾ ਉਹਨਾਂ ਦੀ ਕੁਰਸੀ ਤੋਂ ਹਟਾਇਆ ਗਿਆ। ਇਸ ਦੇ ਨਾਲ ਗੱਲ ਕਰੀਏ SKM ਕਿੰਨੇ ਬਣੇ, SKM ਸੰਯੁਕਤ ਕਿੰਨੇ ਬਣੇ, ਚੋਣਾਂ ਲੜਨ ਵਾਲੇ ਕਿੰਨੇ ਬਣੇ, ਤਾਂ 3 SKM ਇਸ ਵਕਤ ਜਿਹੜੇ ਨੇ ਉਹ ਪੰਜਾਬ ਦੀਆਂ ਜਥੇਬੰਦੀਆਂ ਦੇ ਬਣ ਚੁੱਕੇ ਨੇ। ਸਾਰੀਆਂ ਘਟਨਾਵਾਂ ਅੰਦੋਲਨ ਦੇ ਦੌਰਾਨ ਕੀ ਸੀ, ਅੰਦੋਲਨ ਨੂੰ ਰਾਜਨੀਤਿਕ ਤੌਰ ਤੇ ਤੁਸੀਂ ਕਿਵੇਂ ਸਮਝ ਸਕਦੇ ਹੋ, ਔਰ ਉਸ ਦੇ ਉੱਪਰ ਮਨਦੀਪ ਪੂਨੀਆ ਨੇ ਆਪਣੀ ਕਿਤਾਬ ਲਿਖੀ ਹੈ ਤਾਂ ਉਹਦੇ ਵਿੱਚ ਕੀ ਹੈ, ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਮਨਦੀਪ ਪੂਨੀਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਤੁਸੀਂ ਇੱਕ ਕਿਤਾਬ ਲਿਖੀ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਕਿਤਾਬ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੀ ਖਿਆਲ ਸੀਗਾ ਤੁਹਾਡਾ ਜਦੋਂ ਤੁਸੀਂ ਇਸ ਨੂੰ ਲਿਖਣਾ ਸ਼ੁਰੂ ਕੀਤਾ? ਦੇਖੋ ਬਹੁਤ ਸਾਰੀ ਘਟਨਾਵਾਂ ਸੀਗੀਆਂ ਅੰਦੋਲਨ ਦੌਰਾਨ ਹੋ ਰਹੀਆਂ ਸੀਗੀਆਂ ਜਿਨ੍ਹਾਂ ਬਾਰੇ ਬਹੁਤ ਸਾਰੇ ਸਵਾਲ ਵੀ ਖੜੇ ਹੋ ਰਹੇ ਸੀ। ਜਿਵੇਂ 26 ਦੀ ਘਟਨਾ ਸੀਗੀ, ਉਹਦੇ ਤੇ ਲੀਡਰਸ਼ਿਪ ਦੀ ਜਿਹੜੀ ਪੋਜੀਸ਼ਨ ਸੀ, ਜਾਂ ਫਿਰ ਉਸ ਤੋਂ ਬਾਅਦ ਗ੍ਰਿਫਤਾਰੀਆਂ ਦਾ ਸਿਲਸਿਲਾ ਸੀਗਾ, ਕਿਸਾਨਾਂ ਦੀ ਗ੍ਰਿਫਤਾਰੀ ਹੋਈ, ਮਜ਼ਦੂਰਾਂ ਦੀ ਵੀ ਗ੍ਰਿਫਤਾਰੀ ਹੋਈ। ਇਸ ਤੋਂ ਇਲਾਵਾ ਫਿਰ ਅੱਗੇ ਅੰਦੋਲਨ ਠੰਡਾ ਵੀ ਹੋਇਆ। ਉਸ ਤੋਂ ਬਾਅਦ ਇੱਕ ਚਿੱਠੀ ਦੀ ਗੱਲ ਵੀ ਉੱਭਰੀ ਤੇ ਨਾਲੇ ਜਿਹੜੇ ਨਾਲੋਂ ਨਾਲ ਜਿਹੜੀ ਲੀਡਰਸ਼ਿਪ ਸੀਗੀ ਜਿਹਨੇ ਅੰਦੋਲਨ ਦੇ ਬਾਅਦ ਚੋਣਾਂ ਲੜਨ ਦੀ ਫੈਸਲਾ ਲਿਆ। ਇਹ ਸਾਰੀਆਂ ਘਟਨਾਵਾਂ ਸੀਗੀਆਂ, ਇਹਨਾਂ ਦੀ ਬਰੀਕੀਆਂ ਲੋਕਾਂ ਨੂੰ ਨਹੀਂ ਪਤਾ ਸੀ। ਤੇ ਮੈਂ ਅੰਦੋਲਨ ਦੌਰਾਨ
ਉੱਥੇ ਰਿਪੋਰਟ ਕਰਦਾ ਸੀਗਾ, ਸਿੰਘੂ ਬਾਰਡਰ ਹੀ ਮੈਂ ਰਹਿੰਦਾ ਸੀਗਾ, ਤੇ ਮੈਨੂੰ ਲੱਗਿਆ ਕਿ ਉਹ ਸਾਰੀ ਘਟਨਾਵਾਂ ਨੂੰ ਇੱਕ ਲੜੀ 'ਚ ਪਰੋ ਕੇ ਜਿੰਨੇ ਵੀ ਉਹਦੇ ਫੈਕਟ ਸੀਗੇ, ਤੱਥ ਸੀਗੇ, ਉਹ ਇੱਕ ਕਿਤਾਬਬੱਧ ਕਰੀਏ। ਤਾਂ ਇਸ ਕਰਕੇ ਮੈਂ ਕਿਤਾਬ ਲਿਖੀ ਹੈ। ਜਿਵੇਂ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵੱਡੇ ਖੁਲਾਸੇ ਤੁਸੀਂ ਲੀਡਰਸ਼ਿਪ ਦੇ ਜਿਹੜੇ ਕੁਐਸਚਨ ਉਦੋਂ ਵੀ ਚੱਕਦੇ ਰਹੇ ਔਰ ਕਿਤਾਬ ਦੇ ਵਿੱਚ ਵੀ ਉਠਾਏ ਗਏ, ਔਰ ਪੰਜਾਬ ਦੇ ਵਿੱਚ ਵੀ ਉਹ ਕੁਝ ਵਾਪਰ ਰਿਹਾ। ਉਸ ਵਕਤ ਇੱਕ ਜਿਹੜੀ ਪੈਰਲਰ ਜਿਹੜੀ ਰਾਜਨੀਤਿਕ ਪੋਜੀਸ਼ਨ ਸੀ, ਉੱਥੇ ਇੱਕ ਦੀਪ ਸਿੱਧੂ ਦੀ ਵੀ ਪੋਜੀਸ਼ਨ ਸੀ। ਤਾਂ ਉਹ ਜਿਹੜਾ ਯੂਥ ਹੈ ਜੋ ਅੱਜ ਕੱਲ੍ਹ ਵਾਪਰ ਰਿਹਾ ਪੰਜਾਬ ਦੇ ਵਿੱਚ, ਜਿਹੜਾ ਅੰਦੋਲਨ ਦੇ ਵਿੱਚ ਹੋਇਆ, ਤਾਂ ਲੋਕ ਇਹ ਕਹਿਣਾ ਸ਼ੁਰੂ ਕਰ ਚੁੱਕੇ ਨੇ ਕਿ ਜੋ ਦੀਪ ਸਿੱਧੂ ਕਹਿੰਦਾ ਸੀ ਉਹ ਸਹੀ ਸੀ ਕਿਤੇ ਨਾ ਕਿਤੇ। ਦੇਖੋ, ਇਹ ਮੈਂ ਵੀ ਸੋਸ਼ਲ ਮੀਡੀਆ ਤੇ ਬਹੁਤ ਵਾਰ ਦੇਖਦਾ, ਮੇਰੇ ਪੋਸਟਾਂ ਥੱਲੇ ਵੀ ਕਮੈਂਟ ਆਉਂਦਾ ਹੈ। ਕਿਤਾਬ ਆਉਣ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਦੇਖੋ ਜੋ ਦੀਪ ਸਿੱਧੂ ਕਹਿ ਰਿਹਾ ਸੀ ਉਹ ਸੱਚ ਹੋ ਰਿਹਾ ਹੈ। ਮੈਨੂੰ ਲੱਗਦਾ ਕਿ ਪੰਜਾਬ 'ਚ ਇਹ ਦਿੱਕਤ ਹੈ ਕਿ ਸਿਰਫ ਇੱਕ ਬੰਦੇ ਦੇ ਆਲੇ ਦੁਆਲੇ ਚੀਜ਼ਾਂ ਨੂੰ ਦੇਖਦੇ ਹਾਂ, ਉਹ ਵੀ ਉਹ ਬੰਦੇ ਨੂੰ ਹੀਰੋਇਕ ਬਣਾ ਕੇ। ਮਤਲਬ ਬੇਸ਼ੱਕ ਦੀਪ ਸਿੱਧੂ ਹੀਰੋ ਹੈਗੇ ਆ ਪੰਜਾਬ 'ਚ ਬਹੁਤ ਸਾਰੇ ਯੂਥ ਦੇ, ਪਰ ਮੈਨੂੰ ਲੱਗਦਾ ਕਿ ਜਿਹੜੀ ਪੋਲਿਟਿਕਸ ਹੈ ਉਹ ਧੜਿਆਂ ਦੀ ਹੁੰਦੀ ਹੈ, ਤੇ ਜਿਹੜੇ ਮਤਲਬ ਪੋਲਿਟਿਕਸ ਵੀ ਜਥੇਬੰਦੀਆਂ ਦੀ ਹੁੰਦੀ ਹੈ। ਮਤਲਬ ਕਿਸੇ ਇੰਡੀਵਿਜੂਅਲ ਦੀ ਵੀ ਹੋ ਸਕਦੀ ਹੈ, ਉਹਦੀ ਪੋਲੀਟੀਕਲ ਪੋਜੀਸ਼ਨਾਂ ਹੋ, ਪਰ ਕਿਸਾਨੀ ਅੰਦੋਲਨ ਨੂੰ ਦੇਖਣਾ ਹੈ ਤਾਂ ਕਿਸਾਨ ਜਥੇਬੰਦੀਆਂ ਦੀ ਪੋਲੀਟੀਕਲ ਪੋਜੀਸ਼ਨਾਂ ਤੇ ਉਹਨਾਂ ਦੀ ਪੋਲਿਟਿਕਸ ਦੇਖਣੀ ਪਊਗੀ। ਉਹਦੇ 'ਚ ਬਹੁਤ ਸਾਰੇ ਕਲਟ ਫਿਗਰ ਸੀਗੇ, ਸਾਨੂੰ ਪਤਾ ਹੈ, ਲੱਖਾ ਸਿਧਾਣਾ ਸੀ, ਦੀਪ ਸਿੱਧੂ ਸੀ, ਹੋਰ ਵੀ ਪੰਜਾਬ ਦੇ ਸਿੰਗਰ ਜਿਵੇਂ ਕੰਵਰ ਗਰੇਵਾਲ, ਹੋਰ ਵੀ ਬਹੁਤ ਸਾਰੇ ਮੌਜੂਦ ਸੀਗੇ, ਪਰ ਉਹ ਮਤਲਬ ਉਹਨਾਂ ਅਫੈਕਟ ਨਹੀਂ ਕਰ ਰਹੇ ਸੀ ਉਹ, ਕਿਉਂਕਿ ਉਹ ਇੱਕ ਤੋਂ ਇੰਡੀਵਿਜੂਅਲ ਤੌਰ ਤੇ ਸ਼ਾਮਲ ਸੀਗੇ। ਇੰਡੀਵਿਜੂਅਲ ਤੌਰ ਤੇ ਜਦੋਂ ਬੰਦਾ ਸ਼ਾਮਲ ਹੁੰਦਾ ਹੈ, ਉਹ ਮਾੜੀ ਮੋਟੀ ਅਪੀਲ ਕਰ ਸਕਦਾ, ਮਾਸ ਅਪੀਲ ਕਰ ਸਕਦਾ ਹੈ, ਫਿਰ ਮਾੜੀ ਮੋਟੀ ਰੈਲੀ ਰੂਲੀ ਕੱਢਣ 'ਚ ਮਦਦ ਕਰ ਸਕਦਾ। ਲੇਕਿਨ ਜਥੇਬੰਦਕ ਜਿਹੜਾ ਢਾਂਚਾ ਹੁੰਦਾ ਹੈ ਉਹ ਲੋਕਾਂ ਨੂੰ ਮੋਬਿਲਾਈਜ਼ ਕਰਦਾ ਹੈ, ਲੋਕਾਂ ਨੂੰ ਮਤਲਬ ਉਸ ਜਿਹੜਾ ਵੀ ਇਸ਼ੂ ਹੈ ਉਸ ਬਾਰੇ ਜਾਗਰੂਕ ਕਰਦਾ, ਫਿਰ ਉਹਨਾਂ ਨੂੰ ਲੜਨ ਲਈ ਇੱਕ ਰਾਹ ਦਿੰਦਾ ਹੈ ਤੇ ਇੱਕ ਪਲੇਟਫਾਰਮ ਦਿੰਦਾ ਹੈ, ਬਣਾਉਂਦਾ ਹੈ। ਤੇ ਉਹ ਮੈਨੂੰ ਲੱਗਦਾ ਕਿ ਇਸ ਕਰਕੇ ਜਥੇਬੰਦਕ ਚੀਜ਼ਾਂ ਤੇ ਜ਼ਿਆਦਾ ਗੱਲ ਹੋਣੀ ਚਾਹੀਦੀ। ਦੀਪ ਸਿੱਧੂ ਉਸ ਟਾਈਮ ਉਸ ਧੜੇ 'ਚ ਸੀਗਾ ਜਿਹੜਾ ਕਿ ਲੀਡਰਸ਼ਿਪ ਤੇ ਸਵਾਲ ਪੁੱਛਣ ਦੀ ਕਰ ਰਿਹਾ ਸੀਗਾ। ਕਈ ਸਵਾਲ ਬਹੁਤ ਜੈਨੂਇਨ ਵੀ ਸੀਗੇ, ਉਹਦਾ ਸ਼ਿਕਾਰ ਵੀ ਦੀਪ ਸਿੱਧੂ ਨੂੰ ਹੋਣਾ ਪਿਆ। ਮਤਲਬ 26 ਜਨਵਰੀ ਦੀ ਘਟਨਾ ਤੋਂ ਬਾਅਦ ਦੀਪ ਸਿੱਧੂ ਨੂੰ ਸਭ ਤੋਂ ਜ਼ਿਆਦਾ ਬਦਨਾਮ ਵੀ ਕੀਤਾ ਗਿਆ, ਤੁਸੀਂ ਦੇਖਿਆ ਹੋਣਾ। ਮਤਲਬ ਉੱਥੋਂ ਤਾਂ ਇਹ ਗੱਲਾਂ ਚੱਲੀਆਂ ਕਿ ਸਰਦਾਰ ਕੌਣ ਹੈ ਤੇ ਗਰਦਾਰ ਕੌਣ ਹੈ। ਮਤਲਬ ਹਾਂ, ਇਹ 27 ਜਨਵਰੀ ਦੀ ਸਟੇਜ ਤੋਂ ਭਾਸ਼ਣ ਦਿੰਦਿਆਂ ਇੱਕ ਕਿਸਾਨ ਆਗੂ ਨੇ ਕਿਹਾ ਕਿ ਜਿਹੜੇ 26 ਜਨਵਰੀ ਨੂੰ ਦਿੱਲੀ ਗਏ ਸੀ ਉਹ ਸਰਦਾਰ ਨਹੀਂ ਗੱਦਾਰ ਸੀਗੇ। ਮੈਨੂੰ ਲੱਗਦਾ ਕਿ ਉਹ ਬਹੁਤ ਬਚਕਾਨਾ ਭਾਸ਼ਣ ਸੀਗਾ, ਤੇ ਜਿਹੜਾ ਇੰਡੀਅਨ ਸਟੇਟ ਜਿਹੜਾ ਨੈਰੇਟਿਵ ਉਸ ਟਾਈਮ ਖੜਾ ਕਰ ਰਿਹਾ ਸੀਗਾ ਅੰਦੋਲਨ ਬਾਰੇ, ਉਹ ਉਸੇ ਦੀ ਹਾਂ 'ਚ ਹਾਂ ਮਿਲਾਉਣ ਵਾਲਾ ਭਾਸ਼ਣ ਸੀਗਾ, ਜਿਹੜਾ ਕਿ ਗੜਬੜ ਹੈਗਾ। ਮੈਂ ਉਸ ਪੂਰੇ ਇਨਸੀਡੈਂਟ ਦਾ ਜ਼ਿਕਰ ਕੀਤਾ। ਮੈਨੂੰ ਨਹੀਂ ਲੱਗਦਾ ਕਿ ਜਿਹੜੇ 26 ਜਨਵਰੀ ਨੂੰ ਦਿੱਲੀ ਗਏ, ਲਾਲ ਕਿਲੇ ਗਏ, ਉਹ ਗੱਦਾਰ ਸੀਗੇ, ਬਲਕਿ ਉਹ ਆਮ ਕਿਸਾਨ ਨਹੀਂ ਸੀ ਜਿਹੜੇ ਇਸ ਕਿਸਾਨ ਅੰਦੋਲਨ 'ਚ ਇੱਕ ਭਾਵਨਾ ਰੱਖਦੇ ਸੀਗੇ ਕਿ ਅੰਦੋਲਨ ਨੂੰ ਤੇਜ਼ ਕੀਤਾ ਜਾਵੇ। ਤਾਂ ਜਿਸ ਕਿਤਾਬ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿਸ ਕਿਤਾਬ ਦੀ ਅਸੀਂ ਚਰਚਾ ਕਰ ਰਹੇ ਹਾਂ, ਉਹ ਇਹ ਕਿਤਾਬ ਹੈ ਕਿਸਾਨ ਅੰਦੋਲਨ ਗਰਾਊਂਡ ਜ਼ੀਰੋ। ਤਾਂ ਅਗਲਾ ਜਿਹੜਾ ਮੇਰਾ ਸਵਾਲ ਹੈ ਮਨਦੀਪ, 26 ਜਨਵਰੀ ਦੀ ਘਟਨਾ ਦਾ ਤੁਸੀਂ ਜ਼ਿਕਰ ਹੈ, ਉਹਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਪਹਿਲਾਂ ਇੱਕ ਵਾਰ ਫਿਰ ਜਿਹੜਾ ਪੰਜਾਬ ਦੀ ਜਥੇਬੰਦੀਆਂ ਦੇ ਵਿੱਚ ਇਸ ਵਕਤ ਦੀ ਜਿਹੜੀ ਖਿੱਚੋਤਾਣ ਹੈ, ਡਕੌਂਦਾ ਜਥੇਬੰਦੀ ਦਾ ਜਿਹੜਾ ਪੰਜਾਬ ਦੀ ਲੀਡਰਸ਼ਿਪ ਸੀਗੀ ਉਹ ਟੁੱਟੀ, ਅੱਧੀ ਲੀਡਰਸ਼ਿਪ ਨੂੰ ਪਾਸੇ ਕਰ ਦਿੱਤਾ ਗਿਆ ਜਥੇਬੰਦੀ ਦਾ ਇਜਲਾਸ ਸੱਦ ਕੇ। ਤੁਹਾਡੇ ਵੱਲੋਂ ਵੀ ਵੱਡੇ ਖੁਲਾਸੇ ਕੀਤੇ ਗਏ ਆ, ਪੈਸਿਆਂ ਦੇ ਹਿਸਾਬ ਦਾ ਰੌਲਾ, ਜਿਹੜੀ ਚਿੱਠੀ ਲਿਖਣ ਦਾ ਰੌਲਾ ਹੈ, ਇਹਦੇ ਨਾਲ ਹੀ ਚਿੱਠੀ ਨੂੰ ਛੱਡ ਦਈਏ ਤਾਂ ਜਿਹੜਾ ਗੁਪਤ ਮੀਟਿੰਗਾਂ ਹੁੰਦੀਆਂ ਰਹੀਆਂ, ਤੇ ਇੱਕ ਇਹ ਵੀ ਹੈ ਕਿ ਰੌ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਆ ਜਿਹੜਾ ਕਿਸਾਨ ਲੀਡਰਾਂ ਦਾ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਜੋ ਇਸ ਸਮੇਂ ਇਸ ਟਾਈਮ ਜਿਹੜਾ ਪੰਜਾਬ 'ਚ ਜਥੇਬੰਦੀਆਂ ਚੱਲ ਰਿਹਾ ਉਹ ਸਾਰਿਆਂ ਦੇ ਮਤਲਬ ਨਜ਼ਰ 'ਚ ਹੈਗਾ ਹੀ। ਡਕੌਂਦਾ 'ਚ ਜਿਹੜੀ BKU ਡਕੌਂਦਾ ਜਿਹੜੀ ਕਿ ਪੰਜਾਬ ਦੀ ਦੂਜੀ ਵੱਡੀ ਕਿਸਾਨ ਜਥੇਬੰਦੀ ਮੰਨੀ ਜਾਂਦੀ ਹੈ, ਉਹਦੇ 'ਚ ਫੁੱਟ ਦੇ ਕਾਰਨ ਉਹਨਾਂ ਦੇ ਜਿਹੜੇ ਪ੍ਰਧਾਨ ਹੈ ਬੂਟਾ ਸਿੰਘ ਬੁਰਜਗਿੱਲ, ਉਹੀ ਉਹਨਾਂ ਨੂੰ ਕਿਹਾ ਜਾ ਰਿਹਾ ਹੈ। ਉਹਨਾਂ ਦੇ ਜਥੇਬੰਦੀ ਦੇ ਕਈ ਆਗੂ ਇੰਟੈਲੀਜੈਂਸ ਨਾਲ, ਰੋਹ ਦੇ ਅਧਿਕਾਰ ਨਾਲ ਮਤਲਬ ਗੱਲਬਾਤ ਕਰ ਰਹੇ ਸੀਗੇ, ਤੇ ਬੂਟਾ ਸਿੰਘ ਬੁਰਜਗਿੱਲ ਪੰਜਾਬ ਦੇ ਇੱਕ IPS ਆਫੀਸਰ ਨੇ, ਉਹਨਾਂ ਨੇ ਹੀ ਉਹਨਾਂ ਨੂੰ ਰੋਹ ਦੇ ਅਧਿਕਾਰ ਨਾਲ ਕਨੈਕਟ ਕੀਤਾ ਸੀਗਾ। ਹਰਮੀਤ ਕਾਦੀਆਂ, ਬਲਵੀਰ ਸਿੰਘ ਰਾਜੇਵਾਲ, ਇਹ ਦੋ ਆਗੂ ਵੀ ਸੀਗੇ ਜਿਹੜੇ ਕਿ ਰੋਹ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਸੀ। ਗੁਪਤ ਮੀਟਿੰਗਾਂ ਉਹਨਾਂ ਦੀ ਆਫਟਰ ਕਿਸਾਨ ਸੰਸਦ ਜੁਲਾਈ 2021 'ਚ ਜਿਹੜੀ ਕਿਸਾਨ ਸੰਸਦ ਹੋਈ ਹੈ, ਉਸ ਤੋਂ ਬਾਅਦ ਹੀ ਇਹ ਲੋਕ ਕਨੈਕਟਡ ਸੀਗੇ। ਤੇ ਮਤਲਬ ਇੱਕ ਹੋਰ ਮੈਂ ਮਤਲਬ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਮੰਨੀ ਜਾਂਦੀ ਹੈ BKU ਗਰਾਹਾਂ, ਉਹਦੇ 'ਚ ਵੀ ਸਪਲਿਟ ਪਈ ਹੈ, ਤੇ ਉਹ ਵੀ ਅੱਡ ਕਾਰਨ ਨੇ ਉਹਦੇ ਵੀ। ਤਾਂ ਮਤਲਬ ਪੰਜਾਬ 'ਚ 3 ਸੰਯੁਕਤ ਕਿਸਾਨ ਮੋਰਚੇ ਬਣਨ ਦੀ ਜਿਹੜੀ ਤੁਸੀਂ ਗੱਲ ਕਹੀ ਹੈ, ਉਗਰਾਹਾਂ ਦਾ ਜੇ ਜ਼ਿਕਰ ਕਰੀਏ, ਉਗਰਾਹਾਂ ਦੇ ਨੂੰ ਜੇ ਸਮਝੀਏ ਜਾਂ ਦੇਖੀਏ, ਜਿਹੜੀ ਉਗਰਾਹਾਂ ਦੀ ਰਾਜਨੀਤੀ ਹੈ,
ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਡਕੌਂਦਾ ਦੇ ਵਿੱਚ ਦੇਖਣ ਨੂੰ ਮਿਲਿਆ, ਅਗਰਾਹਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੁਝ? ਹਾਂ, ਮਤਲਬ ਡਕੌਂਦਾ ਚ ਉਗਰਾਹਾਂ ਚ ਵੀ ਸਪਲਿਟ ਪੈ ਗਈ ਹੈ ਹੁਣ। ਉਹ BKU ਏਕਤਾ ਆਜ਼ਾਦ ਕਰਕੇ ਇੱਕ ਜਥੇਬੰਦੀ ਬਣੀ ਹੈ, ਤੇ ਉਹ ਜਿਹੜੇ ਕੇਡਰ ਆ ਉਗਰਾਹਾਂ ਦਾ, ਹਾਂ, ਉਹੀ ਟੁੱਟ ਕੇ ਅੱਡ ਜਥੇਬੰਦੀ ਬਣਿਆ ਹੈ। ਤੇ ਉਹਦਾ ਮਤਲਬ ਉਗਰਾਹਾਂ ਨਾਲ ਉਹ ਵੱਖ ਹੋ ਕੇ ਉਹਨਾਂ ਨੇ ਆਪਣਾ ਇਜਲਾਸ ਵੀ ਔਰ ਆਪਣੀ ਰੈਲੀ ਵੀ ਕੀਤੀ ਹੈ। ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੁਪਤ ਮੀਟਿੰਗਾਂ ਦੀ, ਇਸ ਕਿਤਾਬ ਦੀ ਮੈਨੂੰ ਲੱਗਦਾ ਕਿ ਜ਼ਰੂਰਤ ਇਸ ਕਰਕੇ ਵੀ ਸੀਗੀ ਕਿ ਅੱਡ-ਅੱਡ ਜਦੋਂ ਟਾਈਮ ਆਏ, ਮੌਕੇ ਆਏ, ਉਦੋਂ ਜਿਹੜੇ ਅੱਡ-ਅੱਡ ਕਿਸਾਨ ਜਥੇਬੰਦੀਆਂ ਦੇ ਆਗੂ ਸੀਗੇ ਉਹ ਕੀ ਪੋਲੀਟੀਕਲ ਪੋਜੀਸ਼ਨਾਂ ਲੈ ਰਹੇ ਸੀਗੇ, ਉਹ ਜਾਣਨੀ ਬਹੁਤ ਜ਼ਰੂਰੀ ਹੁੰਦੀ ਹੈ। ਮਤਲਬ ਕਿਉਂਕਿ ਤੁਸੀਂ ਦੇਖੋ ਕਿ ਇੱਕਦਮ ਅੰਦੋਲਨ ਜਿੱਤ ਦੀ ਸ਼ਕਲ 'ਚ ਖਤਮ ਹੁੰਦਾ ਹੈ, ਉਸ ਤੋਂ ਬਾਅਦ ਹੀ ਮਤਲਬ ਅੱਜ 2 ਸਾਲ ਬਾਅਦ ਆਪਾਂ ਗੱਲਬਾਤ ਕਰ ਰਹੇ ਹਾਂ। 2 ਸਾਲ ਤੱਕ ਪੰਜਾਬ 'ਚ ਤੁਹਾਨੂੰ ਮਤਲਬ ਉਹ ਜਿੰਨਾ ਵੀ ਪੋਲੀਟੀਸਾਈਜ਼ ਕੀਤਾ ਗਿਆ ਸੀਗਾ ਯੂਥ ਕਿਸਾਨ, ਉਹ ਕਿੱਥੇ ਹੈ ਜੀ। ਤੇ ਇਹ ਜਥੇਬੰਦੀਆਂ ਅੱਜ ਕੱਲ੍ਹ ਕੀ ਕਰ ਰਹੀਆਂ ਨੇ? ਇਹ ਜਿਹੜਾ ਸ਼ੂਨਿਅਤਾ ਜਿਹੜੀ ਆਈ ਹੈ, ਜਿਹੜੀ ਮਤਲਬ ਜਿਹੜਾ ਸਿਫਰ ਮਾਹੌਲ ਹੋਇਆ ਹੈ, ਇਹਦੇ ਉਹ ਸ਼ਾਇਦ ਉਸੇ ਹੀ ਕਾਰਨ ਹੀ ਹੈ। ਇਸ ਕਰਕੇ ਮੈਂ ਇਹ ਸਾਰੇ ਲੱਗਦਾ ਕਿ ਕਿਤੇ ਨਾ ਕਿਤੇ ਲੀਡਰਸ਼ਿਪ ਦੀਆਂ ਜਿਹੜੀਆਂ ਨਾਕਾਮੀਆਂ ਸੀ ਉੱਥੋਂ ਲੋਕ ਨਾਰਾਜ਼ ਹੋਏ। ਇੱਕ ਪਾਸੇ ਤਾਂ ਲੀਡਰਸ਼ਿਪ ਕਹਿੰਦੀ ਰਹੀ ਕਿ ਇੱਥੋਂ ਜਿਹੜਾ ਇਕੱਠ ਕਰਕੇ ਲੋਕਾਂ ਨੂੰ ਦਿੱਲੀ ਲਿਜਾਇਆ ਗਿਆ ਕਿ 3 ਕਾਨੂੰਨ ਵਾਪਸ ਕਰਵਾਉਣੇ ਨੇ, ਕੋਈ ਸੋਧ ਜਿਹੜੀ ਇਹਦੇ ਵਿੱਚ ਨਹੀਂ ਹੋਏਗੀ। ਉੱਥੇ ਤੁਸੀਂ ਕਿਹਾ ਕਿ ਕੁਦਰਤੀ ਤੌਰ ਤੇ ਜਿਹੜੀਆਂ ਘਟਨਾਵਾਂ ਵਾਪਰੀਆਂ, ਜਿਹੜਾ ਤੁਸੀਂ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਹੋ ਕਿ ਕਿਸਾਨ ਜਿਹੜੇ 3 ਖੇਤੀ ਕਾਨੂੰਨ ਵਾਪਸ ਹੋ ਗਏ, ਨਹੀਂ ਤਾਂ ਜਥੇਬੰਦੀਆਂ ਪਹਿਲਾਂ ਹੀ ਉੱਠਣ ਲਈ ਤਿਆਰ ਸੀ। ਹਾਂ, ਮਤਲਬ ਇਹ ਵੀ ਜ਼ਰੂਰੀ ਹੈਗਾ ਕਿ ਮਤਲਬ ਲੋਕ ਜਿਹੜੇ ਕਿਸਾਨ ਆਗੂਆਂ ਦੀ ਪੋਲੀਟੀਕਲ ਪੋਜੀਸ਼ਨ ਡਰਾਈਵ ਕਰਦੇ ਨੇ, ਉਹ ਜਿਹੜਾ ਮੀਡੀਆ 'ਚ ਬੋਲਦੇ ਨੇ, ਸਟੇਜ 'ਤੇ ਬੋਲਦੇ ਨੇ, ਸਟੇਜ 'ਤੇ ਜਾ ਕੇ ਉਹ ਕਹਿੰਦੇ ਹੁੰਦੇ ਸੀਗੇ ਅਸੀਂ ਮੋਦੀ ਦੀ ਛਾਤੀ 'ਤੇ ਜਾ ਕੇ ਨੱਚਾਂਗੇ, ਪੈਰਲਲ ਪਰੇਡ ਕਰਾਂਗੇ, ਲੇਕਿਨ ਉਹ ਸਾਰਾ ਕੁਝ ਤਾਂ ਉਹਨਾਂ ਨੇ ਨਹੀਂ ਕੀਤਾ। ਤਾਂ ਇਟ ਮੀਨਸ ਕੁਝ ਫਰਕ ਸੀਗਾ। ਤੇ ਮਤਲਬ ਬਹੁਤ ਸਾਰੇ ਆਗੂ ਜਨਵਰੀ ਮਹੀਨੇ 'ਚ ਹੀ ਮਤਲਬ ਉਹ ਸਹਿਮਤ ਸੀਗੇ, ਜਿਹੜੇ ਕੇਂਦਰ ਸਰਕਾਰ ਵੱਲੋਂ ਪ੍ਰਸਤਾਵ ਆਇਆ ਸੀ ਕਿ 3 ਸਾਲ ਵਾਸਤੇ ਕਾਨੂੰਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ, ਰੱਦ ਨਹੀਂ, ਸਸਪੈਂਡ ਤੇ ਮੰਨਣ ਨੂੰ ਤਿਆਰ ਸੀਗੇ। ਤੇ 21 ਜਨਵਰੀ ਦੀ ਜਿਹੜੀ ਮੀਟਿੰਗ ਹੋਈ ਹੈ ਕਿਸਾਨ ਆਗੂਆਂ ਦੀ, ਉਹਦੇ 'ਚ ਕੀ ਨੇ, ਕਿਸ ਨੇ ਸਸਪੈਂਡ ਕਰਨ ਦੇ ਹੱਕ 'ਚ ਵੋਟਿੰਗ ਕੀਤੀ ਹੈ, ਉਹ ਵੀ ਮੈਂ ਇਸ ਕਿਤਾਬ 'ਚ ਲਿਖੀ ਹੈ। ਤੇ ਪਰ ਉਹ ਜਨਤਾ ਦੇ ਡਰ ਕਾਰਨ ਸਟੇਜ ਤੇ ਆ ਕੇ ਨਹੀਂ ਬੋਲਦੇ ਸੀਗੇ। ਇਹ ਇੱਕ ਹੋਰ ਵੀ ਘਟਨਾ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ। ਜਿਵੇਂ ਇੱਥੇ ਪੰਜਾਬ ਯੂਨੀਵਰਸਿਟੀ 'ਚ ਇੱਕ ਜਥੇਬੰਦੀ ਹੈਗੀ ਆ, ਸਟੂਡੈਂਟ ਜਥੇਬੰਦੀ SFS, ਉਹਨਾਂ ਦੇ ਜਿਹੜੇ ਜਦੋਂ ਐਕਟਿਵਿਸਟ ਸੋਧਾਂ ਨਹੀਂ ਮਨਜ਼ੂਰ, 3 ਕਾਨੂੰਨ ਚਕਨਾਚੂਰ ਦੇ ਪਰਚੇ ਵੰਡ ਰਹੇ ਸੀਗੇ, ਤੇ ਕੁਲਵੰਤ ਸੰਧੂ ਨੇ ਆ ਕੇ ਉਹਨਾਂ ਨੂੰ ਰੋਕਿਆ। ਤੇ ਉਹ ਕਹਿੰਦਾ ਕਿ ਇਹ ਪਰਚਾ ਗਲਤ ਹੈ। ਉਹ ਕਹਿੰਦੇ ਕਿ ਗਲਤ ਕਿਉਂ, ਤੁਸੀਂ ਵੀ ਤਾਂ ਕਹਿੰਦੇ ਹੋ ਕਿ ਰੱਦ ਹੋਣੇ ਚਾਹੀਦੇ। ਕਿ ਉਹ ਕੁਲਵੰਤ ਸੰਧੂ ਕਹਿੰਦਾ ਕਿ ਜੇ ਅਸੀਂ ਸੋਧਾਂ ਤੇ ਮੰਨ ਗਏ, ਫਿਰ ਤੁਸੀਂ ਤਾਂ ਸਾਡੀ ਬਗਾਵਤ ਕਰਵਾ ਦੋਗੇ, ਫਿਰ ਜਾ ਕੇ ਸਟੇਜ ਤੇ ਕਹਿ ਦਿਓ ਕਿ ਤੁਸੀਂ ਸੋਧਾਂ 'ਚ ਮੰਨਣ ਨੂੰ ਤਿਆਰ ਹੋ। ਤਾਂ ਉਹ ਉਹਨਾਂ ਦਾ ਜਿਹੜਾ ਪੋਲੀਟੀਕਲ ਸਟੈਂਡ ਸੀਗਾ ਉਹ ਮੈਂ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਦੀਪ ਸਿੱਧੂ ਦਾ ਵੀ ਦਸੰਬਰ ਮਹੀਨੇ 'ਚ 3 ਖੇਤੀ ਕਾਨੂੰਨਾਂ ਬਾਰੇ ਕੀ ਸਟੈਂਡ ਸੀਗਾ, ਕੀ ਪੋਲੀਟੀਕਲ ਸਟੈਂਡ ਸੀਗਾ, ਉਹ ਵੀ ਮੈਂ ਲਿਖਿਆ ਹੋਇਆ ਜੀ। ਇਹ ਰਾਜਨੀਤਿਕ ਸਟੈਂਡ ਦੇ ਨਾਲ ਗੱਲ ਕੀਤੀ ਜਾਵੇ ਪਾਰਟੀ ਅਲੱਗ-ਅਲੱਗ ਜਥੇਬੰਦੀਆਂ ਦੇ, ਤਾਂ ਜਿਹੜਾ ਆਮ ਕਿਸਾਨ ਉੱਥੇ ਗਿਆ ਸੀਗਾ, ਆਮ ਕਿਸਾਨ ਦਾ ਜਿਹੜਾ ਸੋਰਸ ਲੱਗਿਆ ਸੀਗਾ, ਉੱਥੇ ਲੋਕਾਂ ਦੀਆਂ ਭਾਵਨਾਵਾਂ, ਉਮੀਦਾਂ ਟਿਕੀਆਂ ਹੋਈਆਂ ਸੀਗੀਆਂ, ਤਾਂ ਉੱਥੇ ਲੀਡਰਸ਼ਿਪ ਉਹਦੇ ਨਾਲ ਕਿਤੇ ਨਾ ਕਿਤੇ ਲੱਗਦਾ ਕਿ ਇਨਸਾਫ ਨਹੀਂ ਕਰ ਰਹੀ ਸੀਗੀ। ਦੇਖੋ, ਇਹ ਮਤਲਬ ਇੰਨੀ ਸਿੱਧੀ ਗੱਲ ਨਹੀਂ ਹੁੰਦੀ। ਜਿਹੜੇ ਕਿ ਲੋਕ ਸੀ ਕਿ ਉਹ ਅਵੇਅਰ ਸੀਗੇ ਉਸ ਟਾਈਮ ਕੀ ਚੱਲ ਰਿਹਾ। ਜਿਹੜੇ ਮੋਰਚਿਆਂ ਤੇ ਬੈਠੇ ਸੀਗੇ ਉਹ ਲੋਕਾਂ ਨੂੰ ਲੱਗਦਾ ਕਿ ਉੱਥੇ ਉਹ ਲੰਗਰ ਖਾ ਰਹੇ ਸੀ ਤੇ ਸੋ ਜਾ ਰਹੇ ਸੀ, ਇੱਦਾਂ ਨਹੀਂ ਸੀਗਾ। ਉਹ ਬਲਕਿ ਸਕਰੀਏ ਸੀਗੇ ਤੇ ਉਹ ਬਰਾਬਰ ਨਜ਼ਰ ਰੱਖ ਰਹੇ ਸੀਗੇ ਕਿ ਕੀ ਚੱਲ ਰਿਹਾ ਸਿੰਘੂ ਤੇ। ਮਤਲਬ ਈਵਨ ਜਦੋਂ ਗੱਲ ਆਈ ਕਿ ਸਸਪੈਂਸ਼ਨ ਤੇ ਮੰਨ ਜਾਈਏ, ਕਈ ਆਗੂਆਂ ਨੇ ਆਪਣੀ ਸਟੇਟ ਕਮੇਟੀਆਂ 'ਚ ਜਾਂ ਜ਼ਿਲ੍ਹੇਵਾਰ ਕਮੇਟੀਆਂ 'ਚ ਇਹ ਏਜੰਡਾ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹਨਾਂ ਦੀ ਜ਼ਿਲ੍ਹੇ ਦੀ ਕਮੇਟੀਆਂ ਨੇ, ਸਟੇਟ ਕਮੇਟੀਆਂ ਨੇ ਉਹ ਖਾਰਿਜ ਕੀਤੇ, ਰੌਲਾ ਵੀ ਪਿਆ। ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ ਮਤਲਬ ਆਮ ਜਿਹੜੀ ਜ਼ੁਬਾਨ ਸੀਗੀ ਉਹ ਕੀ ਚੱਲਦੀ ਸੀਗੀ, ਉਹ ਇਹ ਕਿਹਾ ਜਾਂਦਾ ਸੀਗਾ ਜੇ ਕੋਈ ਆਗੂ ਵਿਕਿਆ ਜਾਂ ਫਿਰ ਜੇ ਕਿਸੇ ਆਗੂ ਨੇ ਸਮਝੌਤਾ ਕੀਤਾ ਤੇ ਪੰਜਾਬ ਵਾਪਸ ਜਾਂਦੀਆਂ ਹੋਣੀਆਂ ਘੱਗਰ 'ਚ ਦਬ ਕੇ ਜਾਵਾਂਗੇ। ਜਿਹੜੀ ਹਰਿਆਣਾ ਪੰਜਾਬ ਦੇ ਬਾਰਡਰ ਤੇ ਜਿਹੜੀ ਨਦੀ ਹੈਗੀ ਆ ਘੱਗਰ, ਉੱਥੇ ਦਬ ਕੇ ਜਾਵਾਂਗੇ। ਲੋਕਾਂ ਦਾ ਵੀ ਦਬਾਅ ਸੀ ਕਿਤੇ ਨਾ ਕਿਤੇ, ਬਹੁਤ ਜ਼ਿਆਦਾ ਦਬਾਅ ਸੀਗਾ। ਮਤਲਬ ਜੇ 32 ਧੜੇ ਇਹ ਸੀਗੇ ਤਾਂ ਇੱਕ 33ਵਾਂ ਧੜਾ ਲੋਕਾਂ ਦਾ ਸੀਗਾ, ਤੇ ਲੋਕਾਂ ਦਾ ਜਿਹੜਾ 33ਵਾਂ ਧੜਾ ਸੀਗਾ ਉਹ ਸਭ ਤੋਂ ਜ਼ਿਆਦਾ ਭਾਰੂ ਸੀਗਾ। ਔਰ ਇੱਕ ਹੋਰ ਹੈ ਕਿ ਜਿਹੜੀ ਲੀਡਰਸ਼ਿਪ ਪੰਜਾਬ ਤੋਂ ਨਹੀਂ ਸੀ, ਪੰਜਾਬ ਤੋਂ ਬਾਹਰੋਂ ਸੀ, SKM ਇੱਕ ਵੱਡਾ ਜਿਹਨੂੰ ਕੀਤਾ ਗਿਆ ਸੀ ਕਿ ਇਹਦੇ ਵਿੱਚ ਪੂਰੀ ਦੇਸ਼ ਭਰ ਦੀਆਂ ਜਥੇਬੰਦੀਆਂ ਸ਼ਾਮਲ ਨੇ, ਉਹਨਾਂ ਦਾ ਰੋਲ ਕਿਵੇਂ ਦੇਖਦੇ ਹੋ? ਜੋਗਿੰਦਰ ਯਾਦਵ ਦਾ ਤੁਸੀਂ ਜ਼ਿਕਰ ਕਰਦੇ ਹੋ, ਇਹਦੇ ਵਿੱਚ ਸ਼ਿਵ ਕੁਮਾਰ ਕੱਕਾ ਹੋਰਾਂ ਦਾ ਕਰਦੇ ਹੋ, ਜਿਹੜੇ ਕਿਸਾਨਾਂ ਨੂੰ ਬੁਰਾੜੀ ਮੈਦਾਨ ਲੈ ਕੇ ਜਾਣਾ ਚਾਹੁੰਦੇ ਸੀ। ਤੇ ਤੁਸੀਂ ਇੱਥੋਂ ਤੱਕ ਵੀ ਇਹਦੇ 'ਚ ਲਿਖਿਆ ਕਿ ਰਾਜੇਵਾਲ ਵੀ ਉਸ ਤੇ, ਜਿਹੜੇ ਬਲਵੀਰ ਸਿੰਘ ਰਾਜੇਵਾਲ ਵੱਡੇ ਪੰਜਾਬ ਦੇ ਕਿਸਾਨ ਆਗੂ ਨੇ,
ਉਹ ਵੀ ਸਹਿਮਤ ਹੋ ਗਏ ਸੀ ਕਿ ਤੁਸੀਂ ਬਰਾੜੀ ਦੇ ਮੈਦਾਨ ਜਾ ਕੇ ਬੈਠ ਜਾਓ। ਹਾਂ, ਇਹ ਬਰਾੜੀ ਮੈਦਾਨ ਲੈ ਜਾਣ ਵਾਲਾ ਕਿਸੇ ਤੋਂ ਹੀ ਜੇ ਚੀਜ਼ ਆਪਾਂ ਸ਼ੁਰੂ ਕਰੀਏ ਤਾਂ ਦੇਖੋ 26 ਨਵੰਬਰ ਨੂੰ ਦਿੱਲੀ ਚਲੋ ਦੀ ਕਾਲ ਆਉਂਦੀ ਹੈਗੀ ਆ, ਤੇ ਸਾਰੇ ਪੰਜਾਬ ਦੇ ਕਿਸਾਨ ਆਗੂਆਂ ਦੀ ਸਹਿਮਤੀ ਸੀਗੀ ਕਿ ਅਸੀਂ ਦਿੱਲੀ ਨਹੀਂ ਜਾਵਾਂਗੇ, ਬਲਕਿ ਸਾਨੂੰ ਪੰਜਾਬ ਹਰਿਆਣੇ ਦੇ ਬਾਰਡਰਾਂ ਤੇ ਰੋਕਿਆ ਜਾਊਗਾ, ਜਿੱਥੇ ਰੋਕਿਆ ਜਾਊਗਾ ਅਸੀਂ ਉੱਥੇ ਹੀ ਬਹਿ ਜਾਾਂਗੇ। ਪਰ ਨੌਜਵਾਨਾਂ ਨੇ ਬੈਰੀਗੇਡ ਚੱਕੇ ਮਾਰੇ, ਤੋੜ ਦਿੱਤੇ, ਇਸ ਕਰਕੇ ਇਹਨਾਂ ਨੂੰ ਦਿੱਲੀ ਜਾਣਾ ਪਿਆ ਨੌਜਵਾਨਾਂ ਨਾਲ। ਤੇ ਉੱਥੇ ਜਾ ਕੇ ਫਿਰ ਯੋਗਿੰਦਰ ਯਾਦਵ ਹੋਰਾਂ, VM ਸਿੰਘ ਹੋਰਾਂ ਨੇ ਅੰਦਰ ਬੁਰਾੜੀ ਮੈਦਾਨ ਦਾ ਜ਼ਿਕਰ ਕਰ ਲਿਆ। ਹੁਣ ਮੇਰੇ ਤਾਂ ਇਹ ਵੀ ਸਮਝ ਵੀ ਨਹੀਂ ਆਇਆ ਕਿ ਬਈ ਬੁਰਾੜੀ ਮੈਦਾਨ ਕਿਉਂ ਲਿਆ ਗਿਆ, ਕਿਉਂਕਿ ਉਹ ਸੰਤ ਨਿਰੰਕਾਰੀ ਬੁਰਾੜੀ ਗਰਾਊਂਡ ਹੈ, ਤੇ ਸਿੱਖਾਂ ਦੀ ਤੇ ਨਿਰੰਕਾਰੀਆਂ ਦੀ ਜਿਹੜੀ ਡਿਸਪਿਊਟ ਰਿਹਾ ਹੈ, ਹਾਂ, ਉਹ ਸਾਰਿਆਂ ਨੂੰ ਪਤਾ ਹੈ। ਤੇ ਫਿਰ ਮੈਨੂੰ ਤਾਂ ਇਹ ਵੀ ਨਹੀਂ ਸਮਝ ਆਇਆ ਕਿ ਉਹ ਕਿਹਦੇ ਦਿਮਾਗ ਦੀ ਉਪਜ ਸੀ ਕਿ ਉਹ ਗਰਾਊਂਡ ਲਿਆ ਜਾਵੇ। ਫਿਰ ਉਸ ਤੋਂ ਬਾਅਦ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ ਤੇ ਯੋਗਿੰਦਰ ਯਾਦਵ ਤੇ ਦਰਸ਼ਨਪਾਲ, ਇਹ ਸਾਰੇ ਸਹਿਮਤ ਸੀਗੇ ਕਿ ਬੁਰਾੜੀ ਮੈਦਾਨ ਜਾਣਾ ਚਾਹੀਦਾ। ਉਹ ਤਾਂ ਉੱਥੇ ਜਿਹੜੇ ਨੌਜਵਾਨ ਸੀਗੇ ਤੇ 2-4 ਜਥੇਬੰਦੀਆਂ ਸੀਗੀਆਂ ਪੰਜਾਬ ਦੀ ਜਿਨ੍ਹਾਂ ਨੇ ਸਟੈਂਡ ਲੈ ਲਿਆ, ਇਸ ਕਰਕੇ ਜਿਵੇਂ ਇਹ ਸੀਗੀ ਇਸ ਵਾਲੀ BKU ਕ੍ਰਾਂਤੀਕਾਰੀ ਸੀਗੀ, ਇੱਕ ਜਿਹੜੀ ਕਿਰਤੀ ਕਿਸਾਨ ਯੂਨੀਅਨ ਹੈਗੀ ਆ ਉਹ ਸੀ, 1-2 ਹੋਰ ਕਿਸਾਨ ਜਥੇਬੰਦੀਆਂ ਸੀ ਜਿਨ੍ਹਾਂ ਨੇ ਸਟੈਂਡ ਲਿਆ ਕਿ ਨਹੀਂ ਅਸੀਂ ਦਿੱਲੀ 'ਚ ਘਿਰ ਕੇ ਨਹੀਂ, ਦਿੱਲੀ ਨੂੰ ਘੇਰ ਕੇ ਬੈਠਾਂਗੇ। ਉਸ ਵਜ੍ਹਾ ਨਾਲ ਉੱਥੇ ਹੋ ਰਿਹਾ। ਰਾਜੇਵਾਲ ਨੇ ਤਾਂ ਬੁਰਾੜੀ ਮੈਦਾਨ ਚੱਲਣ ਦੀ ਅਨਾਉਂਸਮੈਂਟ ਸਟੇਜ ਤੇ ਜਾ ਕੇ ਕਰਤੀ ਸੀਗੀ, ਉੱਥੇ ਨੌਜਵਾਨਾਂ ਨੇ ਰੌਲਾ ਪਾਤਾ, ਰਾਜੇਵਾਲ ਨੂੰ ਗੱਦਾਰ ਕਿਹਾ। ਉਸ ਤੋਂ ਬਾਅਦ ਰਾਜੇਵਾਲ ਸਟੇਜ ਤੋਂ ਉਤਰ ਗਿਆ। ਤਾਂ ਮਤਲਬ ਇੰਨਾ ਵੀ ਇਮੀਡੀਏਟ ਜਿਹੜੀਆਂ ਪੋਜੀਸ਼ਨਾਂ ਉਹ ਵੀ ਜਥੇਬੰਦੀਆਂ ਦੀਆਂ ਚੇਂਜ ਹੁੰਦੀਆਂ, ਬਿਲਕੁਲ ਚੇਂਜ ਹੁੰਦੀਆਂ ਰਹੀਆਂ। ਕਿਤੇ ਲੱਗਦਾ ਨਹੀਂ ਕਿ ਜਥੇਬੰਦੀਆਂ ਜਿਹੜੀ ਚੀਜ਼ ਸੋਚ ਕੇ ਗਈਆਂ ਸੀ, ਜਾਂ ਜਿਹੜਾ ਖਾਸ ਤੌਰ ਤੇ ਸਿੱਖ ਵਰਸਸ ਕਾਮਰੇਡ ਵੀ ਬਾਅਦ ਚ ਹੋਇਆ, ਉੱਥੇ ਵੀ ਆਪਾਂ ਆਵਾਂਗੇ, ਜਥੇਬੰਦੀਆਂ ਜਿਹੜਾ ਸੋਚ ਕੇ ਗਈਆਂ ਸੀ ਕਿ ਉਦੋਂ ਵੱਡਾ ਅੰਦੋਲਨ ਹੋ ਗਿਆ ਜਦੋਂ ਪੰਜਾਬ ਦੇ ਕਿਸਾਨ ਆਏ, ਤਾਂ ਹਰਿਆਣੇ ਦਾ ਕਿਸਾਨ ਇੱਕਦਮ, ਹਰਿਆਣੇ ਦਾ ਕਿਸਾਨ ਪਹਿਲਾਂ ਤੁਰਿਆ, ਸਵਾਗਤ ਦੇ ਲਈ ਤੁਰਿਆ। ਹਰਿਆਣੇ ਦੇ ਜਿਹੜੇ ਕਿਸਾਨ ਸੀ, ਜਿਹੜੇ ਅੰਬਾਲਾ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਬੈਰੀਕੇਡ ਟੁੱਟੇ, ਤਾਂ ਲੱਗਦਾ ਨਹੀਂ ਕਿ ਉਮੀਦਾਂ ਤੋਂ ਜਿਹੜੀ ਵੱਡਾ ਇਕੱਠ ਹੋ ਗਿਆ, ਜਿਹੜਾ ਉਹ ਉਮੀਦਾਂ ਤੋਂ ਪਰੇ ਸੀਗਾ, ਜਿਹੜੀ ਸੋਚਣ ਸ਼ਕਤੀ ਤੋਂ ਪਰੇ ਸੀਗਾ। ਹਾਂ, ਮਤਲਬ ਮੈਨੂੰ ਲੱਗਦਾ ਕਿ ਪੰਜਾਬ ਦੇ ਸ਼ਾਇਦ ਪੱਤਰਕਾਰਾਂ ਵਾਸਤੇ ਇਹ ਨਵਾਂ ਹੋ ਸਕਦਾ, ਪਰ ਮੈਂ ਜਿਵੇਂ ਪੰਜਾਬ ਹਰਿਆਣੇ ਦੋਵੇਂ ਜਗ੍ਹਾ ਅੰਦੋਲਨ ਕਵਰ ਕਰ ਰਿਹਾ ਸੀਗਾ, 26 ਨਵੰਬਰ ਦਿੱਲੀ ਜਾਣ ਤੋਂ ਪਹਿਲਾਂ ਵੀ ਕਵਰ ਕਰ ਰਿਹਾ ਸੀਗਾ, ਤੇ ਜਿਵੇਂ ਹਰਿਆਣੇ 'ਚ BJP ਦੀ ਗਵਰਨਮੈਂਟ ਹੈ, ਕਿਸਾਨ ਉੱਥੇ ਕੋਈ ਵੀ ਪ੍ਰੋਗਰਾਮ ਕਰਦੇ ਸੀਗੇ ਤੇ ਉਹਨਾਂ ਦੇ 307 302 ਦੇ ਪਰਚੇ ਕਰ ਦਿੰਦੇ ਸੀਗੇ। ਤੇ ਉਹ ਜਿਹੜੇ ਕਿਸਾਨ ਆਗੂ ਸੀਗੇ, ਕਿਸਾਨ ਸੀਗੇ, ਉਹ ਪੰਜਾਬ 'ਚ ਆ ਕੇ ਹੀ ਆਪਣੀ ਫਰਾਰੀ ਕੱਟਦੇ ਸੀਗੇ ਉਹਨਾਂ FIR ਵਾਸਤੇ। ਤੇ ਮੈਨੂੰ ਪਤਾ ਸੀਗਾ ਕਿ ਜਦੋਂ ਇਹ ਦਿੱਲੀ ਜਾਣਗੇ ਪੰਜਾਬ ਦੇ ਕਿਸਾਨ, ਜਿਵੇਂ ਪੰਜਾਬ ਵਾਲਿਆਂ ਨੇ ਹਰਿਆਣੇ ਵਾਲਿਆਂ ਦੀ ਮਦਦ ਕੀਤੀ ਸੀਗੀ ਫਰਾਰੀ ਕੱਟਣ 'ਚ ਜਾਂ ਫਿਰ ਉਸ ਚੀਜ਼ਾਂ ਤੇ, ਹਰਿਆਣੇ ਵਾਲੇ ਵੀ ਪੰਜਾਬ ਵਾਲਿਆਂ ਦੀ ਮਦਦ ਕਰਨਗੇ। ਤੇ ਉਹ ਮੈਨੂੰ ਲੱਗਦਾ ਕਿ ਸਾਰੇ ਬੈਰੀਗੇਡ ਇਸੇ ਕਰਕੇ ਹਰਿਆਣੇ ਵਾਲਿਆਂ ਨੇ ਤੋੜੇ। ਤੁਸੀਂ ਅੰਬਾਲੇ ਦੇ ਨਵਦੀਪ ਦਾ ਵੀ ਜ਼ਿਕਰ ਆਪਾਂ ਸਾਰਿਆਂ ਨੇ ਕੀਤਾ ਹੀ ਉਸ ਟਾਈਮ, ਜਿਨ੍ਹਾਂ ਨੇ ਵਾਟਰ ਕੈਨਨ ਮੋੜਿਆ, ਜਾਂ ਫਿਰ ਅਮਰਜੀਤ ਮੋੜੀ ਹੋਰੀ ਜਿਨ੍ਹਾਂ ਨੇ ਬੈਰੀਗੇਡ ਤੋੜੇ, ਤੇ ਉਹ ਫਿਰ ਸਾਰਾ ਹਰਿਆਣਾ ਹੀ ਪੰਜਾਬ ਦੇ ਨਾਲ ਲੱਗ ਗਿਆ। ਹਾਂ, ਮਤਲਬ ਹਰਿਆਣੇ ਵਾਲੇ ਜਿਹੜਾ ਕਿਸਾਨ ਹੈਗਾ ਉਹਦੀ ਥੋੜੀ ਵੱਧ ਲੜਾਕੂ ਹਿਸਟਰੀ ਹੈਗੀ ਆ, ਉਹ ਥੋੜਾ ਵੱਧ ਲੜਾਕੂ ਹੈਗਾ। ਪੰਜਾਬ 'ਚ ਮਤਲਬ ਪਿਛਲੇ 20 ਸਾਲਾਂ 'ਚ ਆਪਾਂ ਦੇਖੀਏ ਤਾਂ ਲੰਬੇ ਮੋਰਚੇ ਲਾਉਣ ਦਾ ਟ੍ਰੈਂਡ ਦੇਖਿਆ ਗਿਆ। ਮਤਲਬ ਇਹਨੂੰ ਦੀਰਘਕਾਲਿਕ, ਮਤਲਬ ਜੇ ਆਪਾਂ ਅਕੈਡਮਿਕ ਉਸ 'ਚ ਦੇਖੀਏ ਤਾਂ ਇਹਨੂੰ ਦੀਰਘਕਾਲਿਕ ਡੈਮੋਕ੍ਰੈਟਿਕ ਥੀਸਿਸ, ਇਹ ਥੋੜੀ ਜਿਹੀ ਟਰਮ। ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹੂੰਗਾ ਕਿ ਹਰਿਆਣੇ ਦੇ ਵਿੱਚ BJP ਦੀ ਸਰਕਾਰ ਸੀ, ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ ਜਾਂ ਜਿਹੜੀ ਵੀ ਉੱਥੋਂ ਦੀ ਗਵਰਨਮੈਂਟ ਆ, ਉਹ ਇਮੀਡੀਏਟ ਪਰਚੇ ਕਰ ਰਹੀ ਸੀ, ਪਰ ਉੱਧਰ ਹੀ ਪੰਜਾਬ ਦੇ ਵਿੱਚ ਮੋਬਿਲਾਈਜ਼ਿੰਗ ਹੋ ਰਹੀ ਸੀਗੀ, ਜਿਹੜਾ ਪ੍ਰਚਾਰ ਹੋ ਰਿਹਾ ਸੀਗਾ, ਜਿਹੜੇ ਇਹ 3 ਕਾਨੂੰਨ ਸੀਗੇ ਉਹਨਾਂ ਦੇ ਖਿਲਾਫ, ਜਿਹੜੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਸੀ। ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਅਸੀਂ ਇੰਨੀ ਕੁ ਤਾਂ ਜਿਹੜੀ ਖੁੱਲ੍ਹ ਦਿੱਤੀ ਹੋਈ ਸੀ, ਹਾਲਾਂਕਿ ਬਾਅਦ 'ਚ ਚਾਹੇ ਉਹਨਾਂ ਨੂੰ ਹਟਾ ਦਿੱਤਾ ਗਿਆ ਕਿ ਸਾਡੀ ਸਰਕਾਰ ਕਿਸਾਨਾਂ ਦੇ ਰਾਹ 'ਚ ਰੋੜਾ ਨਹੀਂ ਬਣ ਰਹੀ ਜਾਂ ਕਿਸਾਨਾਂ ਦਾ ਪੱਖ ਪੂਰ ਰਹੀ ਸੀ। ਮੈਂ ਉਹਨਾਂ ਚਾਹੁੰਦਾ ਤਾਂ ਕੈਪਟਨ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦਾ ਪੱਖ ਪੂਰ ਰਹੇ ਸੀ, ਪਰ ਕਿਤੇ ਨਾ ਕਿਤੇ ਉਹ ਫਿਰ ਤੁਸੀਂ ਕਹਿੰਦੇ ਹੋ ਕਿ ਕੁਛ ਲੀਡਰਸ਼ਿਪ ਦੇ ਨਾਲ ਮਿਲ ਕੇ ਉਹ ਕਿਸਾਨਾਂ ਦਾ ਜਿਹੜਾ ਕੰਪਰੋਮਾਈਜ਼ ਆ ਜਾਂ ਜਿਹੜੀ ਨੈਗੋਸ਼ੀਏਸ਼ਨ ਆ, ਉਹ ਵੀ ਕੇਂਦਰ ਸਰਕਾਰ ਦੇ ਵਿੱਚ ਕਰਾਉਣਾ ਚਾਹੁੰਦੇ। ਦੋਨਾਂ ਸਾਈਡਾਂ ਤੋਂ ਖੇਡ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਨੂੰ। ਮਤਲਬ 1 ਸਾਲ ਪਹਿਲਾਂ ਹੀ ਉਹਨੂੰ ਅਹਿਸਾਸ ਹੋ ਗਿਆ ਸੀਗਾ ਕਿ ਉਹਦੀ ਸੱਤਾ ਜਾਣ ਵਾਲੀ ਹੈ। ਉਹ ਅਮਿਤ ਸ਼ਾਹ ਉੱਦਾਂ ਮਤਲਬ ਜਦੋਂ ਦੇ ਵੀ ਉਹ ਮੁੱਖ ਮੰਤਰੀ ਬਣੇ ਸੀਗੇ, ਉਦੋਂ ਦੇ ਹੀ ਉਹ ਅਮਿਤ ਸ਼ਾਹ ਦੇ ਇਨ ਟੱਚ ਸੀਗੇ, ਅਮਿਤ ਸ਼ਾਹ ਨਾਲ ਉਹਨਾਂ ਦੀ ਬਹੁਤ ਵਧੀਆ ਸੀ, ਤੇ ਅਮਿਤ ਸ਼ਾਹ ਨਾਲ ਉਹ ਕੋਆਰਡੀਨੇਟ ਵੀ ਕਰ ਰਹੇ ਸੀ। ਕੈਪਟਨ ਸਰਕਾਰ ਨੇ ਸਪੈਸ਼ਲ 2 ਅਫਸਰ, ਜਿਹੜਾ ਭਾਰਗਵ ਨੇ ਜਾਂ ਹਰਦਿਆਲ ਮਾਨ ਨੇ, ਦੋਵੇਂ
ਲਾਏ, ਕਿਸਾਨਾਂ ਦੇ ਆਗੂਆਂ ਨਾਲ ਉਹ ਗੱਲਬਾਤ ਕਰ ਰਹੇ ਸੀ ਤੇ ਸੈਂਟਰ ਨਾਲ ਗੱਲਬਾਤ ਕਰਾ ਰਹੇ ਸੀਗੇ। ਮਤਲਬ ਜਦੋਂ ਵੀ ਰੈਡੀਕਲ ਕਾਲਾਂ ਆਈਆਂ, ਤੇਜ਼ ਕਰਨ ਵਾਲੀ ਕਾਲਾਂ ਆਈਆਂ, ਜਿਵੇਂ ਜੀਓ ਟਾਵਰਸ ਦੀ ਤੋੜਨ ਦੀ ਕਾਲ ਆਈ ਸੀਗੀ ਜਾਂ ਫਿਰ ਰਿਲਾਇੰਸ ਦੇ ਮਾਲ ਬੰਦ ਕਰਨ ਦੀ ਕਾਲ ਆਈ ਸੀ, ਉਦੋਂ ਕੈਪਟਨ ਨੇ ਕਾਰਵਾਈ ਕੀਤੀ ਹੈ ਕਿਸਾਨਾਂ ਤੇ ਉਹ ਅਮਿਤ ਸ਼ਾਹ ਹੋਰਾਂ ਦੇ ਸਾਰੇ ਤੇ ਹੀ ਕੀਤੀ ਹੈ। ਇਸ ਤੋਂ ਇਲਾਵਾ ਜਿਹੜਾ ਕੈਪਟਨ ਵੀ ਚਾਹੁੰਦੇ ਸੀਗੇ ਕਿ ਸਸਪੈਂਸ਼ਨ ਤੇ ਮੰਨ ਜਾਣ ਕਿਸਾਨ ਜਿਹੜੇ ਹੈਗੇ, ਇਸੇ ਕਰਕੇ ਉਹਨਾਂ ਨੇ ਸਮਝੌਤੇ ਕਰਾਉਣ ਦੀ ਵੀ ਕੋਸ਼ਿਸ਼ ਕੀਤੀ। ਜਿਹੜੀ ਚਿੱਠੀ ਵੀ ਲਿਖੀ ਗਈ ਸੀ ਸਤੰਬਰ 'ਚ, ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਗਈ, ਇਹ ਥੋੜਾ ਜਿਹਾ ਕਲੀਅਰ ਕਰ ਦਈਏ, ਲੋਕਾਂ ਨੂੰ ਸਿਰਫ ਚਿੱਠੀ ਸਮਝ ਆਉਂਦਾ ਹੈ ਜੀ। ਬੇਸਿਕਲੀ ਪੰਜਾਬ ਦੀ 22 ਕਿਸਾਨ ਜਥੇਬੰਦੀਆਂ ਨੇ ਇੱਕ ਚਿੱਠੀ ਲਿਖੀ ਸੀਗੀ ਅਮਿਤ ਸ਼ਾਹ ਨੂੰ, ਜਿਹਦੇ 'ਚ ਉਹਨਾਂ ਨੇ ਲਿਖਿਆ ਸੀਗਾ ਕਿ ਇੱਕ ਕਾਨੂੰਨ ਰੱਦ, ਇੱਕ ਰਾਜਾਂ ਤੇ ਛੱਡ ਦਿਓ ਤੇ ਇੱਕ ਨੂੰ ਹੋਲਡ ਕਰ ਦਿਓ। ਤੇ ਉਹ ਬੋਥ ਸਾਈਡ ਐਗਰੀਡ ਉਸ ਚਿੱਠੀ ਤੇ ਲਿਖਿਆ ਹੋਇਆ ਸੀ। ਰਾਜੇਵਾਲ ਨੇ ਉਹ ਅਮਿਤ ਸ਼ਾਹ ਨੂੰ ਭੇਜੀ ਸੀਗੀ, ਉਹ ਵੀ ਕੈਪਟਨ ਦੇ ਇਸ਼ਾਰੇ ਤੇ ਹੀ ਕੀਤੀ ਗਈ ਸੀਗੀ ਸਤੰਬਰ 2021 ਚ। ਕਿਤੇ ਨਾ ਕਿਤੇ ਡਿਸੀਜਨ ਮੇਕਿੰਗ ਦੇ ਵਿੱਚ ਵੀ ਜਿਹੜੀ ਭੂਮਿਕਾ ਉਹ ਪੰਜਾਬ ਦੇ ਔਰ ਮੁੱਖ ਮੰਤਰੀ ਸੀ ਜਿਹੜੇ, ਹਾਂ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ 100 ਦੇ 100 ਅੰਦੋਲਨ ਵਾਸਤੇ ਖੜੇ ਸੀਗੇ, ਨਹੀਂ, ਉਹ ਅਮਿਤ ਸ਼ਾਹ ਦੇ ਇਸ਼ਾਰੇ ਤੇ ਚੱਲ ਰਹੇ ਸੀਗੇ ਜੀ। ਤਾਂ ਇੱਕ ਹੋਰ ਇਹਦੇ ਤੇ ਮੈਂ ਜਿਹੜਾ 26 ਜਨਵਰੀ ਦਾ ਲਾਲ ਕਿਲੇ ਦੀ ਜਿਹੜੀ ਘਟਨਾ ਸੀਗੀ, ਪਹਿਲਾਂ ਤਾਂ ਕਿਸਾਨਾਂ ਦੇ ਵੱਲੋਂ ਜਿਹੜੀ ਮੰਗ ਕੀਤੀ ਗਈ, ਜਿਹੜੀ ਕਿਸਾਨ ਲੀਡਰਸ਼ਿਪ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ ਰਿੰਗ ਰੋਡ ਦੇ ਉੱਪਰ ਜਾਇਆ ਜਾਏਗਾ, ਪਰ ਬਾਅਦ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਆ ਤਾਂ ਇੱਕ ਫਿਕਸ ਰੂਟ ਦੇ ਦਿੱਤਾ ਜਾਂਦਾ ਹੈ, ਤਾਂ ਫਿਰ ਕਿਸਾਨ ਜਿਹੜੇ ਬੈਰੀਕੇਡ ਤੋੜਦੇ ਦਿੱਲੀ ਵੱਲ ਨੂੰ ਚਲੇ ਜਾਂਦੇ ਆ। ਤਾਂ ਉਹ ਸਾਰੀ ਘਟਨਾ ਨੂੰ ਮੈਂ ਚਾਹੂੰਗਾ ਜ਼ਰੂਰ ਤੁਸੀਂ ਸਾਡੇ ਦਰਸ਼ਕਾਂ ਤੱਕ। ਅੱਛਾ, ਇਹ ਖਾਲੀ 26 ਜਨਵਰੀ ਦੀ ਘਟਨਾ ਨਹੀਂ ਹੈਗੀ ਆ। ਬੇਸਿਕਲੀ ਇੱਕ ਮੋਰਚੇ 'ਚ ਦੋ ਕਿਸਮ ਦੀ ਲੀਡਰਸ਼ਿਪ ਸੀਗੀ। ਇੱਕ ਲੀਡਰਸ਼ਿਪ ਇਹੋ ਜਿਹੀ ਸੀ ਜਿਹੜੇ ਕਿ ਵਧੀਆ ਪ੍ਰੋਗਰਾਮ ਪਾਸ ਕਰਾਉਣ ਲਈ ਜ਼ੋਰ ਲਾਉਂਦੀ ਸੀਗੀ, ਤੇ ਜਦੋਂ ਉਹ ਪਾਸ ਹੋ ਜਾਂਦੇ ਸੀਗੇ ਤੇ ਇੱਕ ਦੂਜੇ ਤਰੀਕੇ ਦੀ ਲੀਡਰਸ਼ਿਪ ਸੀਗੀ ਜਿਹੜੇ ਕਿ ਉਹਨਾਂ ਪ੍ਰੋਗਰਾਮਾਂ ਨੂੰ ਠੰਡੇ ਕਰਨ ਤੇ ਜ਼ੋਰ ਲਾਉਂਦੀ ਸੀਗੀ। ਮਤਲਬ ਤੁਸੀਂ ਦੇਖੋ ਕਿ KMP ਦਿੱਲੀ ਨੂੰ ਘੇਰ ਕੇ ਬੈਠਣ ਦੀ ਨਵੰਬਰ ਮਹੀਨੇ 'ਚ ਗੱਲ ਹੋਈ ਸੀ ਤੇ KMP ਵੀ ਜਾਮ ਕਰਨਾ ਸੀ, ਪਰ ਪੂਰੇ ਅੰਦੋਲਨ ਦੌਰਾਨ KMP ਇੱਕ ਵਾਰ ਵੀ ਜਾਮ ਨਹੀਂ ਹੋਇਆ। ਜਦੋਂ ਹਰਿਆਣੇ ਦੇ ਕਿਸਾਨਾਂ ਨੇ KMP ਜਾਮ ਕਰ ਦਿੱਤਾ ਤੇ ਪੰਜਾਬ ਦੇ ਕਿਸਾਨ ਆਗੂਆਂ ਨੇ ਉਹਨਾਂ ਨੂੰ ਥੱਲੇ ਬੁਲਾਇਆ ਤੇ ਉਹ ਜਾਮ ਕਰਨ ਲਈ ਮਨਾ ਕੀਤਾ। ਤਾਂ ਇੱਕ ਤਾਂ ਉਹ ਹੋ ਗਿਆ, ਤੇ ਦੂਜਾ ਫਿਰ ਇੱਕ ਸੰਯੁਕਤ ਕਿਸਾਨ ਮੋਰਚਾ ਨੇ ਪਾਸ ਵੀ ਕਰਤਾ ਸੀ ਕਿ ਅਸੀਂ KMP ਜਾਮ ਕਰਾਂਗੇ। ਰਾਜੇਵਾਲ ਨੇ ਉਹ KMP ਜਾਮ ਨੂੰ KMP ਮਾਰਚ 'ਚ ਤਬਦੀਲ ਕਰਤਾ ਸੀਗਾ ਤੇ ਇੱਕ ਦਿਨ ਮਾਰਚ ਕਰਕੇ KMP ਤੋਂ ਮੁੜਿਆ ਹੈ ਕਿਸਾਨ। ਐਂ ਹੀ ਸ਼ੁਰੂ 'ਚ 2 ਜਨਵਰੀ 2021 'ਚ 8 ਕਿਸਾਨ ਆਗੂਆਂ ਨੇ ਦਿੱਲੀ ਦੀ ਪ੍ਰੈਸ ਕਲੱਬ ਜਾ ਕੇ ਕਿਹਾ ਕਿ ਅਸੀਂ ਪੈਰਲਲ ਮਾਰਚ ਕਰਾਂਗੇ, ਪੈਰਲਲ ਪਰੇਡ ਕਰਾਂਗੇ, ਜਿਹੜੀ 26 ਜਨਵਰੀ ਦੀ ਪਰੇਡ ਹੁੰਦੀ ਹੈ। ਲੇਕਿਨ 14-15 ਜਨਵਰੀ ਤੱਕ ਆਂਦੇ ਰਾਜੇਵਾਲ ਨੂੰ ਲੱਗਿਆ ਕਿ ਇਹ ਤਾਂ ਜ਼ਿਆਦਾ ਵੱਡੀ ਕਾਲ ਹੋ ਗਈ ਹੈ, ਇਹ ਸਾਡੇ ਤੋਂ ਮਤਲਬ ਇਹ ਜਿਸ ਹਿਸਾਬ ਨਾਲ ਹਰਿਆਣਾ ਪੰਜਾਬ 'ਚ ਤਿਆਰੀ ਚੱਲ ਰਹੀ ਸੀ ਉਸ ਪਰੇਡ ਦੀ, ਮਤਲਬ ਪੰਜਾਬ ਹਰਿਆਣੇ 'ਚ ਟਰੈਕਟਰ ਮੋਡੀਫਾਈ ਕਰਾਏ ਜਾ ਰਹੇ ਸੀਗੇ, ਜਾਲੀਆਂ ਲਵਾਈ ਜਾ ਰਿਹਾ ਸੀਗਾ ਗੀਆਂ, ਤੇ ਉਹ ਆਪਣੇ ਤਜਰਬਿਆਂ ਕਰਕੇ ਲਗਵਾ ਰਹੇ ਸੀ ਕਿਸਾਨ, ਤਾਂ ਕਿ ਜਦੋਂ ਜਿਹੜਾ ਪਹਿਲਾ ਲਾਠੀ ਚਾਰਜ ਹੋਇਆ ਉਹਦੇ ਸਾਹਮਣਾ ਨਾ ਕਰਨਾ, ਉਹਦਾ ਸਾਹਮਣਾ ਨਾ ਕਰਨਾ ਪਵੇ। ਤੇ ਰਾਜੇਵਾਲ ਨੂੰ ਲੱਗਿਆ ਕਿ ਕੋਈ ਬਗਾਵਤ ਹੋ ਸਕਦੀ ਹੈ, ਕੋਈ ਵੱਡਾ ਕੁਝ ਹੋ ਸਕਦਾ ਹੈ, ਇਸ ਕਰਕੇ ਉਹਨਾਂ ਨੇ ਉਹਨੂੰ ਰਿੰਗ ਰੋਡ ਮਾਰਚ ਕਰਨ ਲਈ ਕਿਹਾ। ਤੇ ਫਿਰ ਮਤਲਬ 3-4 ਦਿਨਾਂ ਵਾਸਤੇ ਉਹਨਾਂ ਨੇ ਲਗਾਤਾਰ ਜ਼ੋਰ ਲਾਇਆ ਤੇ 17-18 ਜਨਵਰੀ ਤੱਕ ਆਂਦੇ ਕਿਸਾਨਾਂ ਨੂੰ ਵੀ ਲੱਗਿਆ ਚਲੋ ਠੀਕ ਹੈ, ਜੇ ਸਾਡੇ ਆਗੂ ਕਹਿ ਰਹੇ ਕਿ ਰਿੰਗ ਰੋਡ ਮਾਰਚ ਕਰ ਲੈਂਦੇ ਆ, ਤੇ ਉਹ ਉਸ ਲਈ ਵੀ ਤਿਆਰ ਹੋ ਗਏ। ਲੇਕਿਨ ਉਸ ਤੋਂ ਬਾਅਦ ਯੋਗਿੰਦਰ ਯਾਦਵ, ਯੁੱਧਵੀਰ ਸਿੰਘ, ਰਾਜੇਵਾਲ ਜੀ, ਡੱਲੇਵਾਲ ਜੀ, ਇਹਨਾਂ ਸਾਰਿਆਂ ਨੇ ਸਹਿਮਤੀ ਬਣਾਈ ਕਿ ਨਹੀਂ, ਦਿੱਲੀ ਪੁਲਿਸ ਨਾਲ ਮੀਟਿੰਗ ਕਰਕੇ ਇੱਕ ਰੂਟ ਲੈ ਕੇ ਆਏ ਤੇ ਉਸ ਰੂਟ ਤੇ ਹੀ ਇਹਨਾਂ ਨੇ ਸਹਿਮਤੀ ਬਣਾਈ। ਯੋਗਿੰਦਰ ਯਾਦਵ, ਇਹ ਆਫਰ ਪਹਿਲਾਂ ਕਿਹਦੇ ਵੱਲੋਂ ਹੋਇਆ ਸੀਗਾ, ਕਿਸਾਨ ਲੀਡਰਸ਼ਿਪ ਵੱਲੋਂ ਜਾਂ ਦਿੱਲੀ ਪੁਲਿਸ ਚਾਹੁੰਦੀ ਸੀ ਕਿ ਇੱਕ ਰੂਟ ਤੇ ਜਿਹੜਾ ਤੈਅ ਕਰ ਲਿਆ ਜਾਵੇ? ਨਹੀਂ, ਮਤਲਬ ਕਿਸਾਨ ਆਗੂਆਂ 'ਚ ਹੀ ਇਹ ਸਹਿਮਤੀ ਹੋ ਗਈ ਸੀ ਜਿਨ੍ਹਾਂ ਦੇ ਮੈਂ ਨਾਂ ਲੈ ਰਿਹਾ ਸੀ ਕਿ ਬਈ ਰਿੰਗ ਰੋਡ ਤੇ ਵੀ ਮਾਰਚ ਨਹੀਂ ਕਰਨਾ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਰਿੰਗ ਰੋਡ ਵੀ ਦਿੱਲੀ ਦੇ ਅੰਦਰ ਹੀ ਹੈ, ਤੇ ਇਸ ਕਰਕੇ ਹੀ ਉਹਨਾਂ ਦੀ ਇਹ ਸਹਿਮਤੀ ਸੀ ਕਿ ਕੋਈ ਇਹੋ ਜਿਹਾ ਰੂਟ ਲੈ ਕੇ ਆਇਆ ਜਾਏ ਜਿਹੜਾ ਦਿੱਲੀ ਜਾਂਦਾ ਹੀ ਨਾ ਹੋਵੇ। ਇਸੇ ਕਰਕੇ ਉਹ ਮੀਟਿੰਗ ਕਰਕੇ ਉਹ ਇੰਨੇ ਪਿੱਛੇ ਦਾ ਰੂਟ ਲਿਆ ਗਿਆ। ਅੱਛਾ ਮਨਦੀਪ, ਬਹੁਤ ਸਾਰੇ ਸਵਾਲ ਨੇ, ਬਹੁਤ ਸਾਰੀਆਂ ਗੱਲਾਂ ਨੇ ਜੋ ਲੋਕ ਜਾਣਨਾ ਚਾਹੁੰਦੇ ਨੇ, ਤਾਂ ਮਤਲਬ ਇਸ 'ਚ ਇੱਕ ਟ੍ਰੈਂਡ ਮੈਂ ਭੁੱਲ ਗਿਆ ਮਤਲਬ ਦੱਸਣਾ, 26 ਜਨਵਰੀ ਤੇ ਵੀ ਆਪਾਂ ਚੀਜ਼ ਨੂੰ, ਮਤਲਬ ਉਹ ਇੱਕ ਲੀਡਰਸ਼ਿਪ ਸੀਗੀ ਪ੍ਰੋਪਰ ਜਿਹੜੀ ਵੀ ਕਾਲ ਹੁੰਦੀ ਸੀ ਕਿਸਾਨਾਂ ਦੀ ਉਹਨੂੰ ਠੰਡਾ ਕਰਦੀ ਸੀਗੀ, ਤੇ ਉਹ ਕਿਵੇਂ ਕਰਦੀ ਸੀਗੀ ਉਹ ਮੈਂ ਆਪਣੀ ਕਿਤਾਬ 'ਚ ਵੀ ਲਿਖਿਆ ਹੈ। 26 ਜਨਵਰੀ ਮਨਦੀਪ, ਉਹਦੇ 'ਚ ਖਾਸ ਨਾਮ ਹੋਣ ਤਾਂ ਜੋਗਿੰਦਰ ਯਾਦਵ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਪਹਿਲੇ ਦਿਨ ਤੋਂ ਬਰਾੜੀ ਦੇ ਮੈਦਾਨ ਲਿਜਾਣਾ ਚਾਹੁੰਦੇ ਸੀ। ਯੋਗਿੰਦਰ ਯਾਦਵ, ਬਲਵੀਰ ਸਿੰਘ ਰਾਜੇਵਾਲ, ਜਿੰਨੀ ਵੀ ਕੀ ਲੀਡਰਸ਼ਿਪ ਸੀਗੀ ਉਹ ਸਾਰੀ ਹੀ ਇੱਦਾਂ ਦੀ ਸੀਗੀ।
ਤੇ ਮਤਲਬ 26 ਜਨਵਰੀ ਦੀ ਘਟਨਾ ਦੀ ਵੀ ਦੇਖ ਲਿਓ ਤੇ ਲੋਕ ਆਪਣੇ ਹਰਿਆਣੇ ਪੰਜਾਬ ਦੇ ਕਿਸਾਨਾਂ ਦੀ ਐਸਪੀਰੇਸ਼ਨਾਂ ਇੰਨੀ ਜ਼ਿਆਦਾ ਹੋ ਗਈਆਂ ਸੀਗੀਆਂ ਕਿ ਉਹ ਚਾਹੁੰਦੇ ਸੀ ਕਿ ਦਿੱਲੀ 'ਚ ਮਾਰਚ ਕਰਨਾ ਤੇ ਉਹ ਇਸੇ ਕਰਕੇ ਉਹ ਦਿੱਲੀ ਪੁਲਿਸ ਨਾਲ ਜਿਹੜਾ ਰੂਟ ਤੈਅ ਹੋਇਆ ਉਹਦੇ ਤੇ ਨਹੀਂ ਗਏ ਤੇ ਦਿੱਲੀ ਜਾ ਕੇ ਉਹਨਾਂ ਨੇ ਪਰੇਡ ਕੀਤੀ। ਬਿਲਕੁਲ ਜੀ। ਤਾਂ ਮਨਦੀਪ ਆਖਰ ਦੇ ਵਿੱਚ ਜਿਹੜਾ ਇਸ ਜਿਹੜੀ ਗੱਲਬਾਤ ਹੈ ਇਹ ਬਹੁਤ ਇਸ ਨੂੰ ਹੋਰ ਲੰਬੀ ਕਰਨਾ ਚਾਹੁੰਦਾ ਮੈਂ, ਬਟ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਆਖਰ ਦੇ ਵਿੱਚ ਜਿਹੜਾ ਤੁਹਾਡੀ ਕਿਤਾਬ ਦੇ ਵਿੱਚ ਵੀ ਜ਼ਿਕਰ ਹੈ ਕਿ ਕੀ ਇਹ ਕਿਸਾਨਾਂ ਦੀ ਜਿੱਤ ਸੀ ਜਾਂ ਇਹ ਅੰਦੋਲਨ ਕਿਸਾਨਾਂ ਦੀ ਹਾਰ ਸੀ ਜਾਂ ਕੋਈ ਵਿੱਚ ਵਿਚਾਲੇ ਦਾ ਰਸਤਾ ਸੀਗਾ? ਦੇਖੋ ਮੈਂ ਆਪਣੇ ਆਖਰੀ ਚੈਪਟਰ ਨੂੰ ਹਾਰ ਜਾਂ ਜਿੱਤ ਦਾ ਹੀ ਨਾਂ ਦਿੱਤਾ ਹੈ, ਉਹਦਾ ਮੇਰੇ ਚੈਪਟਰ ਦਾ ਹੈਡਿੰਗ ਵੀ ਇਹੀ ਹੈ। ਮੈਨੂੰ ਲੱਗਦਾ ਕਿ ਇੱਕ ਹਿਸਾਬ ਨਾਲ ਜਿੱਤ ਸੀਗੀ ਕਿ ਨਰਿੰਦਰ ਮੋਦੀ 8 ਸਾਲ ਤੋਂ ਹੁਕੂਮਤ 'ਚ ਕਾਇਮ ਸੀਗਾ ਤੇ 8 ਸਾਲਾਂ 'ਚ ਕੋਈ ਵੀ ਉਹਨੂੰ ਚੁਕਾ ਨਹੀਂ ਸਕਿਆ ਸੀਗਾ ਤੇ ਕਿਸਾਨ ਭਾਈਚਾਰੇ ਨੇ ਉਹਨੂੰ ਚੁਕਾਇਆ ਤੇ ਇੱਕ ਹਿਸਾਬ ਨਾਲ ਮੈਂ ਇਸ ਅੰਦੋਲਨ ਦੇ ਜਿੱਤ ਮੰਨਦਾ। ਤੇ ਦੂਜੇ ਪਾਸੇ ਜਦੋਂ 11 ਦਸੰਬਰ ਨੂੰ ਪੰਜਾਬ ਹਰਿਆਣੇ ਦੇ ਕਿਸਾਨ ਵਾਪਸ ਆ ਰਹੇ ਸੀ ਤੇ ਮੈਂ ਉੱਥੇ ਮੈਂ ਉਸ ਦਿਨ ਇੱਕ ਉਹ ਵੀ ਵੀਡੀਓ ਵੀ ਬਣਾਈ ਤੇ ਉਸ ਦਿਨ ਹੀ ਮੈਂ ਕਿਹਾ ਸੀਗਾ ਕਿ ਇਹ ਕਿਸਾਨ ਪਿੱਛੇ ਜਿੱਤ ਕੇ ਇੱਥੋਂ ਜਾ ਰਹੇ ਨੇ ਲੇਕਿਨ ਜਦੋਂ ਇਹ ਆਪਣੇ ਖੇਤਾਂ ਤੱਕ ਪਹੁੰਚਣਗੇ ਤੇ ਜਿਹੜਾ ਪਿੰਡੂ ਸੰਕਟ ਹੈਗਾ, ਗ੍ਰਾਮੀਣ ਸੰਕਟ ਹੈਗਾ, ਉਹ ਇਹਨਾਂ ਦਾ ਸਵਾਗਤ ਕਰੂਗਾ ਤੇ ਉਹ ਐਂ ਹੀ ਖੜਿਆ ਹੈ। ਮਤਲਬ ਤੁਸੀਂ ਦੇਖ ਲਓ ਕਿ ਜਿਹੜੀ 2022 'ਚ ਇਨਕਮ ਡਬਲ ਕਰਨ ਦੀ ਗੱਲ ਕੀਤੀ ਸੀ ਮੋਦੀ ਨੇ, ਉਹ ਵੀ ਪੂਰੀ ਨਹੀਂ ਹੋਈ ਤੇ ਫਸਲਾਂ ਦੀ ਲਾਗਤ ਵੀ ਨਹੀਂ ਨਿਕਲ ਰਹੀ ਤੇ ਬਹੁਤ ਸਾਰੀ ਫਸਲਾਂ ਨੂੰ MSP ਵੀ ਨਹੀਂ ਮਿਲ ਰਿਹਾ, MSP ਦੀ ਡਿਮਾਂਡ ਵੀ ਵਿੱਚੇ ਕਿਤੇ ਰੁਲ ਫੁੱਲ ਗਈ ਤੇ ਉਹ ਕਿਸਾਨ ਅੰਦੋਲਨ ਵੀ ਹਰਿਆਣਾ ਪੰਜਾਬ ਦਾ ਪਿੱਛੇ ਗਿਆ ਤੇ ਇਹ ਮੈਨੂੰ ਲੱਗਦਾ ਕਿ ਉਹ ਇਸ ਕਰਕੇ ਹੋਇਆ ਕਿਉਂਕਿ ਇਹਨਾਂ ਨੇ ਆ ਕੇ ਚੋਣਾਂ ਲੜੀਆਂ ਇੱਥੇ ਪੰਜਾਬ 'ਚ ਰਾਜੇਵਾਲ ਹੋਰਾਂ ਨੇ, ਇਹਨਾਂ ਦੀ ਐਸਪੀਰੇਸ਼ਨਸ ਜ਼ਿਆਦਾ ਸੀਗੀਆਂ ਤੇ ਉਹ ਚੋਣਾਂ 'ਚ ਵੀ ਹਾਰ ਹੋਈ ਤੇ ਉਸ ਤੋਂ ਇਲਾਵਾ ਉੱਥੇ ਜਿਹੜਾ ਇਹਨਾਂ ਨੇ ਮਤਲਬ ਜਿਹੜੀ ਸੱਚਾਈ ਸੀ ਉਹਨੂੰ ਲੁਕਾਉਣ ਦੀ ਕੋਸ਼ਿਸ਼ ਸੀਗੀ ਉਹ ਪੰਜਾਬ 'ਚ ਆ ਕੇ ਫਟ ਗਈ ਤੇ ਇਹਨਾਂ 'ਚ ਦਫਾੜੇ ਤੇ ਫਾੜੇ ਹੋਏ ਨੇ। ਆਖਰ ਦੇ ਵਿੱਚ ਜ਼ਰੂਰ ਇੱਕ ਗੱਲ ਹੋਰ ਐਡ ਆਨ ਕਰਦੇ ਜਾਓ ਕਿ ਜਿਸ ਤਰ੍ਹਾਂ ਇਹ ਦਫਾੜ ਹੋ ਰਿਹਾ ਜਥੇਬੰਦੀਆਂ ਦੇ ਵਿੱਚ ਤਾਂ ਪੰਜਾਬ ਜਾਂ ਹਰਿਆਣੇ ਦਾ ਜਾਂ ਦੇਸ਼ ਦਾ ਕਿਸਾਨ ਕਿਹਦੇ ਤੇ ਇੰਟਰਸਟ ਕਰੂਗਾ ਤੇ ਕੀ ਇਸ ਤਰ੍ਹਾਂ ਦੀ ਮੂਵਮੈਂਟ ਕਦੇ ਭਵਿੱਖ ਦੇ ਵਿੱਚ ਫਿਰ ਵਾਪਰ ਸਕਦੀ ਹੈ? ਦੇਖੋ ਮਤਲਬ ਹਰਿਆਣਾ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤੇ ਇੱਥੇ ਰੂਰਲ ਕ੍ਰਾਈਸਿਸ ਖੜਾ ਹੈਗਾ, ਪਿੰਡੂ ਸੰਕਟ ਹੈਗਾ ਤੇ ਦੁਬਾਰੇ ਅੰਦੋਲਨ ਹੋਣ ਦੀ ਪੂਰੀ ਚਾਂਸਿਸ ਹੈਗੇ ਹਨ ਤੇ ਮਤਲਬ ਲੋਕਾਂ ਦਾ ਇਸ ਵਾਰ ਥੋੜਾ ਜਿਹਾ ਹੋਰ ਪ੍ਰੀਪੇਅਰ ਹੋਣ ਦੀ ਲੋੜ ਹੈ ਲੋਕਾਂ ਨੂੰ ਤੇ ਲੋਕ ਇਸ ਵਾਰ ਜਿਹੜੀ ਵੀ ਤਿਆਰੀ ਕਰਨ ਉਹਦੇ 'ਚ ਇਹ ਜ਼ਰੂਰ ਦੇਖਣ ਕਿ ਸਾਡੇ ਲੀਡਰ ਕੋਈ ਕਾਲ ਦੇ ਕੇ ਆਪਣੇ ਪੈਰ ਪਿੱਛੇ ਨਾ ਖਿੱਚਣ ਤੇ ਉਹ ਆਪਣੀ ਪੋਲੀਟੀਕਲ ਪੋਜੀਸ਼ਨਾਂ ਤੇ ਬਰਕਰਾਰ ਰਹਿਣ ਤੇ ਉਹ ਕੋਈ ਇਹੋ ਜਿਹਾ ਸੌਦਾ ਨਾ ਕਰਨ ਜਿਹੜਾ ਕਿ ਚੋਣਾਂ ਦੇ ਆਲੇ ਦੁਆਲੇ ਹੋ ਕਿ ਚੋਣਾਂ ਲੜ ਕੇ ਆਪਾਂ ਸਭ ਕੁਝ ਠੀਕ ਕਰ ਦਾਂਗੇ, ਆਹ ਕਰ ਦਾਂਗੇ। ਮਤਲਬ ਬੇਸਿਕਲੀ ਮੈਨੂੰ ਤਾਂ ਇਹ ਲੱਗਦਾ ਕਿ ਇਸ ਖਿੱਤੇ ਦੇ ਲੋਕਾਂ ਨੇ ਨਾ ਇਹ ਜਰਜਰ ਬਿਲਡਿੰਗ ਨੂੰ ਨਾ ਖਾਸਾ ਬਾਰ-ਬਾਰ ਰਿਪੇਅਰ ਕਰਕੇ ਦੇਖ ਲਿਆ। ਇਸ ਵਾਰ ਜੇ ਕਿਸਾਨ ਦੁਬਾਰਾ ਅੰਦੋਲਨ ਕਰਨ ਤਾਂ ਉਹ ਵਧੀਆ ਤਿਆਰੀ ਨਾਲ, ਪੱਕੀ ਤਿਆਰੀ ਨਾਲ ਕਰਨ। ਮਨਦੀਪ ਜੀ ਜਿਹੜਾ ਇਸ ਅੰਦੋਲਨ ਤੋਂ ਬਾਅਦ ਇੱਕ ਪੰਜਾਬ ਦਾ ਜਿਹੜਾ ਯੂਥ ਹੈ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ ਜਾਂ ਜਿਹੜਾ ਯੂਥ ਗਰਾਊਂਡ ਤੇ ਵਿਚਰ ਰਿਹਾ, ਹੋਰ ਵੀ ਪ੍ਰੋਟੈਸਟ ਜਿਹੜੇ ਮੋਰਚੇ ਆ ਉਹ ਲੱਗ ਰਹੇ ਆ, ਤਾਂ ਉੱਥੇ ਜਿਹੜਾ ਸਿੱਖ ਵਰਸਸ ਜਿਹੜਾ ਕਾਮਰੇਡ ਨੈਰੇਟਿਵ ਹੈ ਉਹ ਬਿਲਡ ਹੋ ਚੁੱਕਿਆ ਕਿ ਉੱਥੇ ਗੱਲ ਜਿਹੜੀ ਅਗਲੀ ਧਿਰ ਦੀ ਨਹੀਂ, ਸਰਕਾਰ ਦੀ ਗੱਲ ਨਹੀਂ ਹੋ ਰਹੀ ਜਾਂ ਜਿਹਦੇ ਤੋਂ ਹੱਕ ਲੈਣ ਦੀ ਗੱਲ ਉੱਥੇ ਉਹ ਨਹੀਂ ਕੀਤੀ ਜਾ ਰਹੀ। ਉੱਥੇ ਇਹ ਕੀਤਾ ਜਾ ਰਿਹਾ ਕਿ ਸਿੱਖਾਂ ਦੀ ਜਿਹੜੀ ਆ ਉਹ ਕਾਮਰੇਡਾਂ ਦੇ ਨਾਲ ਨਹੀਂ ਬਣਦੀ, ਕਾਮਰੇਡਾਂ ਦੀ ਸਿੱਖਾਂ ਦੇ ਨਾਲ ਨਹੀਂ ਬਣਦੀ ਔਰ ਇਹ ਦੋਨੇ ਧੜੇ ਬਣਾ ਦਿੱਤੇ ਗਏ ਆ। ਦੇਖੋ ਇਹਨੂੰ ਤਾਂ ਮਤਲਬ ਪੋਲੀਟੀਕਲ ਸਾਇੰਟਿਸਟ ਵੀ ਬਿਹਤਰ ਤਰੀਕੇ ਨਾਲ ਦੱਸ ਸਕਦੇ ਨੇ। ਮੈਨੂੰ ਲੱਗਦਾ ਕਿ ਇੱਕ ਪੋਸਟ ਮੋਡਰਨਿਸਟ ਆਈਡੀਆ ਹੈਗਾ ਜਿਹਦੇ 'ਚ ਇਹ ਲਗਾਤਾਰ ਪੁਸ਼ ਕੀਤਾ ਜਾਂਦਾ। ਦੇਖੋ ਜਿਹੜੀ ਲੜਾਈ ਹੈਗੀ ਆ ਉਹ ਵਰਗਾਂ ਦੀ ਨਹੀਂ ਹੈਗੀ ਆ, ਉਹ ਤਾਂ ਦੇਖੋ ਕੌਮਾਂ ਦੀ ਹੈਗੀਆਂ ਤੇ ਲੋਕਾਂ ਨੂੰ ਆਪਸ 'ਚ ਲੜਾਇਆ ਜਾ ਰਿਹਾ। ਤੁਸੀਂ ਜੇ ਇੰਡੀਆ 'ਚ ਦੇਖੋਗੇ ਤਾਂ ਮੁਸਲਮਾਨਾਂ ਦੇ ਖਿਲਾਫ ਜਾਂ ਫਿਰ ਘੱਟ ਗਿਣਤੀਆਂ ਖਿਲਾਫ ਜਿਹੜਾ ਬਹੁ ਸੰਖਿਅਕ ਸਮਾਜ ਹੈਗਾ, ਜ਼ਿਆਦਾ ਗਿਣਤੀ ਵਾਲਾ ਸਮਾਜ ਹੈਗਾ, ਉਹਨੂੰ ਭੜਕਾਇਆ ਜਾ ਰਿਹਾ ਤੇ ਜਾਤਾਂ ਪਾਤਾਂ 'ਚ ਧਰਮਾਂ 'ਚ ਲੜਾਇਆ ਜਾ ਰਿਹਾ ਤੇ ਇਹ ਆਈਡੀਆ ਤਾਂ ਲਗਾਤਾਰ ਪੁਸ਼ ਹੀ ਹੋ ਰਿਹਾ। ਪਰ ਮੈਨੂੰ ਲੱਗਦਾ ਕਿ ਅਸਲ ਲੜਾਈ ਇਹ ਨਹੀਂ ਹੈ, ਇਹ ਅਸਲ ਲੜਾਈ ਇਹ ਨਹੀਂ ਹੈ। ਅਸਲ ਲੜਾਈ ਉਹੀ ਗਰੀਬ ਅਮੀਰ ਦੀ ਹੈ ਤੇ ਲੋਕਾਂ ਨੂੰ ਆਪਣੇ ਹਿੱਤ ਦੇਖਣੇ ਪੈਣਗੇ ਜਿਹੜੇ ਵੀ ਇਕਨੋਮਿਕ ਇੰਟਰਸਟ ਹੈਗੇ ਆ। ਨਾਲੋਂ ਨਾਲ ਜੇ ਘੱਟ ਗਿਣਤੀਆਂ ਤੇ ਹਮਲੇ ਵੀ ਹੈਗੇ ਆ ਤੇ ਉਹਦੇ ਤੇ ਵੀ ਆਪਾਂ ਨੂੰ ਸੀਰੀਅਸਲੀ ਗੱਲ ਵੀ ਕਰਨੀ ਪਊਗੀ ਕਿ ਕਿਵੇਂ ਉਹਦਾ ਮਤਲਬ ਇਹ ਦੋਵੇਂ ਆਪਣੇ ਐਕਸਟਰੀਮਾਂ ਤੇ ਖੜੇ ਹੋ ਕੇ ਦੇਖ ਰਹੇ ਨੇ। ਉਹਦੇ ਨਾਲ ਗੱਲ ਨਹੀਂ ਬਣਨੀ ਬਲਕਿ ਜਿਹੜੀ ਬਣਦੀਆਂ ਪੋਲੀਟੀਕਲ ਪੋਜੀਸ਼ਨਾਂ ਨੇ ਉਹ ਲੈਣੀਆਂ ਪੈਣਗੀਆਂ। ਮਤਲਬ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਅੱਗੇ ਨਹੀਂ ਤੁਰਿਆ ਜਾ ਸਕਦਾ ਜੀ। ਮਨਦੀਪ ਤੁਸੀਂ ਸਾਡੇ ਨਾਲ ਇਸ ਚਰਚਾ ਦੇ ਵਿੱਚ ਸ਼ਾਮਲ ਹੋਏ, ਤੁਹਾਡੀ ਕਿਤਾਬ ਤੇ ਜ਼ਿਕਰ ਕੀਤਾ, ਜਿਹੜਾ ਤੁਸੀਂ ਵਕਤ ਦਿੱਤਾ ਸਾਨੂੰ, ਤਾਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤਾਂ ਜੀ ਇਹ ਮਨਦੀਪ ਪੂਨੀਆ ਦੀ ਗਰਾਊਂਡ ਜ਼ੀਰੋ ਕਿਤਾਬ ਹੈ, ਪਹਿਲਾਂ ਵੀ ਇੱਕ ਵਾਰ ਜਿਹੜੀ ਤੁਹਾਨੂੰ ਦਿਖਾ ਚੁੱਕੇ ਹਾਂ। ਕਿਸਾਨ ਅੰਦੋਲਨ ਦੇ ਬਹੁਤ ਸਾਰੇ ਜਿਹੜੇ ਖੁਲਾਸੇ ਨੇ, ਕਿਸਾਨ ਅੰਦੋਲਨ ਦੀ ਰਾਜਨੀਤੀ ਕੀ ਸੀ, ਤਾਂ ਇਹ ਕਿਸਾਨ ਦੇ ਲਈ ਜ਼ਰੂਰ ਪੜ੍ਹਨੀ ਜ਼ਰੂਰੀ ਹੈ।
ਜਿਹੜਾ ਕਿਸਾਨ ਉਸ ਵਕਤ ਅੰਦੋਲਨ ਦੇ ਵਿੱਚ ਇੱਕ ਅੰਦੋਲਨਕਾਰੀ ਸੀ ਔਰ ਦਿੱਲੀ ਦੀਆਂ ਸੜਕਾਂ ਦੇ ਉੱਪਰ ਦਿਨ ਰਾਤ ਦੇ ਲਈ ਆਪਣਾ ਸੰਘਰਸ਼ ਕਰ ਰਿਹਾ ਸੀਗਾ। ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ, ਬਣੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।